3 ਸਾਲ ਮੈਂ ਉਹਨਾਂ ਦੇ ਵਿੱਚ ਰਿਹਾ। ਉਹਦੇ ਵਿੱਚ ਮੈਂ 2-3 ਦਲਾਂ ਦੇ ਵਿੱਚ ਜਾ ਕੇ ਵੇਖਿਆ ਜਿੱਥੇ ਦੇਸਾਂ ਵਿਦੇਸਾਂ ਦੇ ਵਿੱਚੋਂ ਫੰਡ ਆਉਂਦਾ ਸੀ ਤੇ ਟੋਕਰੀਆਂ ਦੀਆਂ ਟੋਕਰੀਆਂ ਉੱਥੇ ਫਰੂਟ ਤੇ ਡਰਾਈ ਫਰੂਟ ਆਉਂਦਾ ਸੀ ਤੇ ਦੁੱਧ ਆਉਂਦਾ ਸੀ। ਅੱਛਾ ਜੀ। ਤੇ ਉਸ ਟਾਈਮ ਜਿਹੜੇ ਪੰਥ ਦੇ ਆਗੂ ਬਣੇ ਜਿਹੜੇ ਕਮਾਂਡ ਕਰਦੇ ਸੀ, ਗਰਮ ਧੜਾ ਜਿਹਨੂੰ ਕਹਿ ਦਈਏ ਜੀ, ਉਹਨਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਭਾਈ ਜਸਵੀਰ ਸਿੰਘ ਜੀ ਰੋਡੇ, ਬਾਪੂ ਜੋਗਿੰਦਰ ਸਿੰਘ ਜੀ, ਫਿਰ ਕੈਪਟਨ ਇਹਨਾਂ ਦਾ ਭਰਾ ਸੀ, ਉਹਨਾਂ ਦਾ ਨਾਂ ਨਹੀਂ ਯਾਦ, ਇੱਕ ਭਾਈ ਕਸ਼ਮੀਰ ਸਿੰਘ ਹੈਡ ਗ੍ਰੰਥੀ ਸੀ, ਇੱਕ ਭਾਈ ਧਿਆਨ ਸਿੰਘ ਮੰਡ ਸੀ, ਹੋਰ ਵੀ ਬਹੁਤ ਸਾਰੇ ਸੀ। ਤੇ ਉਹਦੇ ਵਿੱਚ ਮੈਂ ਵੇਖਿਆ ਵੀ ਜਿਹੜੇ ਬਹੁਤ ਸਾਰੇ ਜੱਟ ਭਾਈਚਾਰੇ ਦੇ ਜਿਹੜੇ ਖਾੜਕੂਵਾਦ ਵਿੱਚ ਰਹੇ ਜੀ, ਤੇ ਉਹਨਾਂ ਨੇ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਜੇਲ੍ਹ ਦੇ ਵਿੱਚ ਹੀ, ਜੇਲ੍ਹ ਦੇ ਵਿੱਚ ਵੀ ਬਾਹਰੋਂ ਵੀ। ਅੱਛਾ ਜੀ। 10-10 20-20 ਲੱਖ ਰੁਪਈਆ ਦੇ ਕੇ ਪੇਸ਼ ਹੋਏ ਤੇ ਜੇਲ੍ਹ ਵਿੱਚ ਵੀ ਉਹਨਾਂ ਨੇ ਪੈਸੇ ਦਿੱਤੇ ਤੇ ਪੂਰੀ ਫੈਸਿਲਿਟੀ ਉਹਨਾਂ ਦੀ ਆਨੰਦ ਲੈਂਦੇ। ਤੇ ਇਹਨਾਂ ਦੀ ਮੁਲਾਕਾਤ ਹੁੰਦੀ ਸੀ ਡੇੜੀ 'ਚ, ਜਿੱਥੇ ਦਰਵਾਜ਼ਾ ਲੰਘ ਕੇ ਅੰਦਰ ਲੰਘ ਕੇ ਇਹਨਾਂ ਦਾ ਪਰਿਵਾਰ ਆਉਂਦਾ ਸੀਗਾ ਤੇ ਉਹ ਫਿਰ ਜੇਲ੍ਹ ਦੇ ਵਿੱਚੋਂ ਭਰ ਬੈਗ ਲੈ ਕੇ ਜਾਂਦਾ ਸੀ। ਜਿਹੜਾ ਜੇਲ੍ਹ ਦੇ ਅੰਦਰ ਰਾਸ਼ਨ ਨਹੀਂ, ਜਿਹੜੇ ਪੈਸੇ ਆਉਂਦੇ ਸੀ, ਫੰਡ ਆਉਂਦਾ ਸੀ ਇਹਨਾਂ ਦੇ ਪਰਿਵਾਰ ਲੈ ਕੇ ਜਾਂਦੇ ਸੀ, ਭਰ ਕੇ ਝੋਲੇ ਖੜਦੇ। ਤੇ ਮੈਂ ਜਦੋਂ ਉਹਨਾਂ ਨੂੰ ਮੈਂ ਕਈ ਵਾਰੀ ਕਹਿਣਾ ਵੀ ਸਿੰਘ ਸਾਹਿਬ ਜੀ ਆਹ ਜਿਹੜਾ ਫਰੂਟ ਗਲ ਜਾਂਦਾ ਸੜ ਜਾਂਦਾ ਤੇ ਤੁਸੀਂ ਇਹ ਸੁੱਟ ਦਿੰਦੇ ਜੇ ਕਚਰੇ ਡੱਬੇ ਚ। ਵੰਡਦੇ ਹੀ ਨਹੀਂ ਸੀ ਨਾ ਦੁੱਧ, ਮਤਲਬ ਗਲ ਜਾਂਦਾ ਸੜ ਜਾਂਦਾ ਸੀ, ਕਿਸੇ ਦੇ ਢਿੱਡ 'ਚ ਨਹੀਂ ਜਾਣਾ ਨਾ। ਤੇ ਮੈਂ ਇਹਨੂੰ ਕਹਿਣਾ ਜੀ ਤੁਸੀਂ ਇਹਨੂੰ ਕਹਿੰਦੇ ਤੁਸੀਂ ਰੋਡੇ ਸਾਹਿਬ ਨਹੀਂ, ਸਾਰਿਆਂ ਨੂੰ ਸਾਰੇ ਜਿਹੜਾ ਵੀ ਜੱਥਾ ਸੀ ਕਿਹਦਾ ਵੀ ਨਾਂ ਲਈਏ। ਹਾਂਜੀ ਹਾਂਜੀ। ਤੇ ਮੈਂ ਕਹਿਣਾ ਬਾਬਾ, ਮੈਂ ਬੱਚਾ ਸੀਗਾ, ਮੈਂ ਕਹਿਣਾ ਬਾਬਾ ਜੀ ਆਹ ਵੰਡਦਾ ਕਰੀਏ ਨਾ। ਉਹਨੂੰ ਕਹਿੰਦਾ ਤੂੰ ਛਕ ਛੋਟੂ ਜਿੰਨਾ ਛਕਣਾ, ਦੂਜਿਆਂ ਦਾ ਨਾ ਫਿਕਰ ਕਰ। ਪਰ ਮੈਨੂੰ ਇੰਨੀ ਪੀੜਾ ਹੁੰਦੀ ਸੀ ਮੈਂ ਛਕਦਾ ਨਹੀਂ ਸੀ, ਨਾ ਮੈਂ ਦੁੱਧ ਪੀਂਦਾ। ਜਦੋਂ ਮੈਂ ਉੱਥੇ ਵੇਖਿਆ ਇੱਕ ਸਪੌਜ ਪਿੰਡ ਤੋਂ ਭੋਲਾ ਸਿੰਘ ਨਾਮ ਦਾ ਖਾੜਕੂ ਸ਼ਹੀਦ ਹੋਇਆ ਸੀ ਤੇ ਉਹਦਾ ਪਰਿਵਾਰ ਸੀ, ਉਹਦੇ ਨਿੱਕੇ ਨਿੱਕੇ 2 ਬੱਚੇ ਸੀ ਜੀ, ਤੇ ਉਹਦੇ ਛੋਟੇ ਭਰਾ ਨੂੰ ਪੁਲਿਸ ਨੇ ਚੁੱਕ ਕੇ ਤੇ ਜੇਲ੍ਹ ਸੁੱਟਿਆ ਸੀ। ਜੇਲ੍ਹ ਸੁੱਟਿਆ ਹੋਇਆ ਸੀ ਤੇ ਉਹਦਾ ਮੈਂ ਜਦੋਂ ਜੀਵਨ ਉੱਥੇ ਵੇਖਿਆ ਵੀ ਉਹਨੂੰ ਜੇ ਤੜਕੇ ਵਾਲੀ ਦਾਲ ਖਾਣੀ ਆ ਨਾ ਤੇ ਪਹਿਲਾਂ ਉਹਨਾਂ ਸਾਰਿਆਂ ਦੀ ਟੋਲੀ ਦੇ ਭਾਂਡੇ ਮਾਂਜਣੇ ਆ। ਭਾਈ ਭੋਲਾ ਸਿੰਘ ਖਾੜਕੂ ਦੀ ਘਰ ਵਾਲੀ ਮੁੰਡੇ ਦੀ ਭਰਜਾਈ ਮੁਲਾਕਾਤ ਕਰਨ ਵਾਸਤੇ ਆਈ ਤੇ ਉਹਨੂੰ ਨਾ ਮਤਲਬ ਟੀਚਰਾਂ ਕਰਕੇ ਗੱਲਾਂ ਕਰਨ। ਭਾਬੀ ਆਈ ਸੀ, ਫਿਰ ਕੀ ਕਹਿ ਗਈ ਤੇ ਮੁੜ ਕੇ ਉਹ ਤੇਰਾ ਬੜਾ ਹੀ ਮਤਲਬ ਮਜੂਸ। ਤੇ ਉਹ ਬੰਦੇ ਨੇ ਅੱਗੋਂ ਪਤਾ ਕੀ ਆਖਿਆ, ਕਹਿੰਦਾ ਯਾਰ ਮੈਂ ਤੈਨੂੰ ਕਿਹਾ ਤਾਂ ਸੀ, ਮੈਂ ਬਾਪੂ ਨਾਲ ਗੱਲ ਕੀਤੀ ਆ, ਤੂੰ ਹੁਣ ਭਾਬੀ ਨੂੰ ਕਹਿਣਾ ਸਾਡਾ ਗੋਹਾ ਸੁੱਟ ਲੈ, ਤੇ ਨਾਲੇ ਕਹਿੰਦਾ ਬੱਚੇ ਸੌਖੇ ਪਲ ਜਾਣਗੇ, ਨਾਲੇ ਵਧੀਆ ਨਜ਼ਾਰੇ ਲਊਗੀ। ਮੈਨੂੰ ਉਦੋਂ ਨਾ ਇਹਨਾਂ ਤੋਂ ਲੋਕਾਂ ਤੋਂ ਨਫ਼ਰਤ ਹੋ ਗਈ। ਨਾਲੇ ਉਹ ਸ਼ਹੀਦ ਦੀ ਵਾਈਫ ਇਹਨਾਂ ਦੇ ਤੇ ਐਕਸੀਡੈਂਟ ਵਾਲੇ ਵੀ ਸ਼ਹੀਦ ਹੋ ਜਾਂਦੇ ਆ ਪੰਥ ਦੇ, ਜਿਹੜੇ ਸ਼ਰਾਬਾਂ ਪੀ ਕੇ ਨਿਕਲਦੇ ਆ, ਹਾਂਜੀ, ਤੇ ਵੈਲੈਂਟਾਈਨ ਮਨਾ ਕੇ ਨਿਕਲਦੇ, ਉਹ ਪੰਥ ਦੇ ਸ਼ਹੀਦ ਬਣ ਜਾਂਦੇ ਆ। ਤੇ ਇੱਕ ਉਹ ਜਿਹੜਾ ਨਾਲੇ ਉਹਨੇ ਨੇ ਜਿਹੜਾ ਬੰਦਾ ਉਹ ਸ਼ਹੀਦ ਹੋਇਆ ਸੀ ਨਾ, ਉਹਨੇ 6 ਖਾੜਕੂ ਬਚਾਏ ਸੀ। ਉਹਨੇ ਕੀਤਾ ਕਿ ਮੈਂ ਕਵਰੇਜ ਦੇਣਾ ਤੇ ਤੁਸੀਂ ਨਿਕਲ ਜਾਓ। ਅੱਛਾ, ਜਿਹੜੇ ਉਹ ਮੁੰਡੇ ਜੇਲ੍ਹ 'ਚ ਬੈਠੇ ਸੀ ਨਾ, ਉਹ ਬੰਦੇ ਨੇ ਕੁਰਬਾਨੀ ਦੇ ਕੇ ਬਚਾਏ ਸੀ ਆਪ ਦੀ ਜਾਨ। ਹਾਂ, ਵੀ ਮੈਂ ਰੋਕਦਾ ਪੁਲਿਸ ਨੂੰ ਤੇ ਤੁਸੀਂ ਨਿਕਲ ਜਾਓ। ਉਹਦੀ ਪਤਨੀ ਬਾਰੇ ਇਹ ਸ਼ਬਦ ਸੋਚਦੇ ਸੀ। ਉਹਨਾਂ ਦੇ ਹੁਣ ਸਾਰਿਆਂ ਨੂੰ ਮੈਂ ਜਾਣਦਾ, ਜੇ ਤੁਸੀਂ ਕਹੋਗੇ ਮੈਂ ਤੁਹਾਡਾ ਮੀਡੀਆ ਚੈਨਲ ਨਾਲ ਜਾ ਕੇ ਵਿਖਾ ਵੀ ਦਊਂਗਾ ਵੀ ਆਹ ਬੰਦੇ ਜੇ, ਤੇ ਉਹਨਾਂ ਸਾਰਿਆਂ ਨੇ ਸਿਰ ਮੂੰਹ ਬਣਾਏ ਨੇ, ਕਲੀਨ ਸ਼ੇਪ ਨੇ, ਕੋਈ ਕਲਾਕਾਰ ਬਣਿਆ, ਕਿਸੇ ਨੇ ਬਿਜ਼ਨਸ ਦੀਆਂ ਦੁਕਾਨਾਂ ਖੋਲੀਆਂ ਨੇ, ਕੋਈ ਨਹੀਂ ਕਿਸੇ ਨੇ ਬੜੇ ਫਾਰਮ ਹਾਊਸ ਬਣਾਏ ਹੋਏ। ਤੇ ਉਹ ਕਿਸੇ ਟਾਈਮ ਖਾਲਿਸਤਾਨੀ ਹੁੰਦੇ ਸੀ, ਕਿਸੇ ਟਾਈਮ ਬੜੇ ਚੋਟੀ ਦੇ ਹੁੰਦੇ ਸੀ। ਕਢਾਇਆ ਕਿੰਨਾਂ ਨੇ ਤੁਹਾਨੂੰ? ਸਰਦਾਰ ਜਸਵੀਰ ਸਿੰਘ ਜੀ ਰੋਡੇ ਹੋਣੀ, ਅੱਛਾ, ਤੇ ਆ ਭਾਈ ਸਾਰੇ ਸੀ ਜਥਾ ਹੀ ਸਾਰਾ। ਠੀਕ ਹੈ ਜੀ, ਇਹ ਉੱਥੇ ਰਹਿੰਦੇ ਸੀ। ਇਹਨਾਂ ਦੇ ਕੋਲ ਥਾਣਾ ਦੇ ਥਾਨ ਕੱਪੜੇ ਆਉਂਦਾ, ਉਹ ਆਉਂਦਾ ਸਾਰੀ ਜੇਲ੍ਹ ਵਾਸਤੇ ਸੀ, ਖਾੜਕੂਵਾਦ ਵਾਸਤੇ, ਜਿਹੜੇ ਮਤਲਬ ਕੋਈ ਵੀ ਹੋਵੇ ਕੋਈ ਵੀ ਜਿਹੜੇ ਖਾੜਕੂਵਾਦ 'ਚ ਸੀ, ਪਰ ਮਿਲਦਾ ਕਿਸੇ ਨੂੰ ਨਹੀਂ ਸੀ। ਸਭ ਕੁਝ ਇਹਨਾਂ ਨੂੰ ਹਜਮ ਹੁੰਦਾ ਸੀ। ਵਿਖਰ ਜੇ ਗਏ ਅਸੀਂ ਮਹਿਤੇ ਚੌਕ ਗਏ ਤੇ ਉੱਥੇ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ, ਠੀਕ ਹੈ ਜੀ, ਉਹਨਾਂ ਸਾਨੂੰ ਰੱਖਿਆ ਨਹੀਂ ਉੱਥੇ। ਅੱਛਾ, ਪੈਸੇ ਦੇ ਦਿਆ ਕਰਨ ਤੇ ਕਹਿ ਦਿਆ ਕਰਨ ਵੀ ਤੁਸੀਂ ਇੱਥੇ ਨਹੀਂ ਆਉਣਾ। ਵਜ੍ਹਾ ਕੀ ਹੋਈ ਹੈ? ਵਜ੍ਹਾ ਵੀ ਤੁਸੀਂ ਉੱਥੇ ਸੀਗੇ, ਤੁਹਾਡੇ ਨਾਮ ਨੂੰ ਦਰਜ ਨਹੀਂ, ਤੇ ਸਾਡੇ ਸਿਰ ਤੇ ਭੂਤ ਸਵਾਰ ਹੋ ਗਿਆ ਖਾਲਿਸਤਾਨ ਦਾ। ਅਸੀਂ ਆਪਣੇ ਆਪ ਨੂੰ ਖਾਲਿਸਤਾਨੀ ਤੇ ਮਰ ਮਿਟਣ ਵਾਲੇ ਬਣੇ। ਬਖਸ਼ੀ ਰਾਮ DIG ਤੇ ਅਨਿਲ ਕੁਮਾਰ ਸ਼ਰਮਾ ਇਹ ਸਾਨੂੰ ਬਚਾਉਂਦੇ ਆ। ਠੀਕ ਹੈ, ਵੀ ਇਹ ਬੱਚੇ ਆ ਭਟਕੇ ਸੀ ਤੇ ਸਹੀ ਟਾਈਮ ਤੇ ਆ ਗਏ ਤੇ ਇਹਨਾਂ ਨੂੰ ਜੇਲ੍ਹ। ਕੇਵਲ ਸਿੰਘ ਇੰਸਪੈਕਟਰ, ਉਹ ਵੀ ਜੱਟ ਭਾਈਚਾਰੇ ਚੋਂ, ਤੇ SP ਆਪਰੇਸ਼ਨ ਜਿਹੜਾ ਮੋਹਕਮ ਸਿੰਘ, ਉਹ ਵੀ ਜੱਟ ਭਾਈਚਾਰੇ ਚੋਂ। ਉਹਨੇ ਸਾਨੂੰ ਉੱਥੇ ਇੰਨਾ ਟੌਰਚਰ ਕੀਤਾ, ਸਾਨੂੰ ਜਾਤੀ ਸੂਚਕ ਕੂੜੇ ਚਾੜੇ ਕਹਿ ਕੇ ਬੜਾ ਕੁਛ ਸਾਨੂੰ, ਤੇ ਸਾਡੇ ਤੇ ਤਸੱਦਦ ਬੜਾ ਕੀਤਾ ਥਾਣੇ ਵਿੱਚ। ਸਾਨੂੰ 3 ਵਾਰੀ ਉਹ
ਪੁਲਿਸ ਮੁਕਾਬਲਾ ਝੂਠਾ ਬਣਾਉਣ ਵਾਸਤੇ ਲੈ ਕੇ ਗਏ ਜੀ ਤੇ ਬਾਬੇ ਸ਼ਹੀਦਾਂ ਦੀ ਐਸੀ ਕੋਈ ਕਿਰਪਾ ਹੋਈ। ਇੱਕ ਵਾਰੀ DIG ਬਖਸ਼ੀ ਰਾਮ ਸਾਹਮਣੇ ਆ ਗਿਆ ਅੱਗੇ ਜੀ ਤੇ ਫਟਾਫਟ ਸਾਨੂੰ ਕੈਂਟਰ ਚੋਂ ਤਾਰਿਆ ਇਹਨਾਂ ਨੇ। ਇਹ 2 ਵਾਰੀ ਸਾਨੂੰ ਉਹ ਜਿਹੜਾ ਜਿਹਨੂੰ ਅਨਿਲ ਕੁਮਾਰ ਸ਼ਰਮਾ ਹੁਣ ਇਹ ਬਾਹਮਣਾਂ ਨੂੰ ਗਾਲਾਂ ਕੱਢਦੇ ਆ, ਉਹਨਾਂ ਬਾਹਮਣਾਂ ਨੇ ਸਾਡੀ ਜਾਨ ਬਚਾਈ। ਉਹਨਾਂ ਨੇ ਅੱਗੇ ਆ ਕੇ ਸਾਨੂੰ ਤੇ ਬਚਾਇਆ। ਸਿਆਣੇ ਕਹਿੰਦੇ ਨੇ ਕਿ ਝੱਗਾ ਚੁੱਕੋ ਤੇ ਢਿੱਡ ਆਪਣਾ ਹੀ ਨੰਗਾ ਹੁੰਦਾ। ਇਹ ਕਹਾਵਤ ਕੁਛ ਹੱਦ ਤੱਕ ਠੀਕ ਮੰਨੀ ਜਾ ਸਕਦੀ ਹੈ। ਜਦੋਂ ਕਿਤੇ ਨੁਕਸਾਨ ਦੀ ਗੱਲ ਹੋਵੇ ਤਾਂ ਉਦੋਂ ਝੱਗਾ ਨਹੀਂ ਚੁੱਕਣਾ ਚਾਹੀਦਾ, ਲੇਕਿਨ ਜੇ ਝੱਗਾ ਚੁੱਕਿਆ ਕਿਸੇ ਦਾ ਪਾਪ ਨੰਗਾ ਹੋਵੇ, ਕਿਸੇ ਦੇ ਢਿੱਡ ਦੇ ਵਿੱਚ ਇਹ ਪਤਾ ਲੱਗ ਜਾਏ ਕਿ ਉਹਦੇ ਢਿੱਡ ਦੇ ਵਿੱਚ ਪਾਪ ਆ, ਤਾਂ ਝੱਗਾ ਚੁੱਕਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ, ਸਗੋਂ ਝੱਗਾ ਚੁੱਕ ਕੇ ਦਿਖਾਉਣਾ ਚਾਹੀਦਾ ਵੀ ਆਹ ਪਾਪ ਆ। ਇਹ ਬੰਦੇ ਜਾਣਬੁੱਝ ਕੇ ਇਸ ਤਰੀਕੇ ਨਾਲ ਆਪਣੇ ਦਿਲ ਦੇ ਵਿੱਚ ਪਾਪ ਰੱਖ ਕੇ ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਨੁਕਸਾਨ ਇਹ ਕਰ ਰਹੇ ਨੇ। ਸੋ ਅੱਜ ਕੌਮੀ ਤੌਰ ਤੇ ਕੁਝ ਲੋਕਾਂ ਦਾ ਜਾਂ ਕਹਿ ਲਓ ਵੀ ਸਾਡੇ ਸਿਸਟਮ ਦਾ, ਪੰਥਕ ਸਿਸਟਮ ਦਾ ਝੱਗਾ ਚੁੱਕਿਆ ਜਾਣਾ ਚਾਹੀਦਾ। ਉਹ ਝੱਗਾ ਚੁੱਕਣ ਵਾਸਤੇ ਮੇਰੇ ਨਾਲ ਹੈਗੇ ਨੇ ਭਾਈ ਮਨਦੀਪ ਸਿੰਘ, ਨਿਹੰਗ ਸਿੰਘ ਵਿਦਿਆਰਥੀ ਜੀ, ਹਾਂਜੀ ਪੂਨੇ ਵਾਲੇ। ਅਸੀਂ ਇੱਥੇ ਹੈਗੇ ਹਾਂ ਪਿੰਡ ਚਾਟੀਵਿੰਡ, ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਇੱਥੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਉੱਥੇ ਅਸੀਂ ਬੈਠੇ ਹਾਂ, ਛੋਟਾ ਜਿਹਾ ਡੇਰਾ, ਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਪੁੱਛਾਂਗੇ ਇਹਨਾਂ ਦੇ ਕੋਲੋਂ। ਤੇ ਉਹ ਗੱਲਾਂ ਕਰਨ ਦੇ ਲਈ ਸਭ ਤੋਂ ਪਹਿਲਾਂ ਮੈਂ ਬਾਬਾ ਮਨਦੀਪ ਸਿੰਘ ਜੀ ਦਾ ਸਵਾਗਤ ਕਰਦਾ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੈਂ ਜਿਵੇਂ ਆਪਾਂ ਆਫ ਦੀ ਕੈਮਰਾ ਗੱਲ ਵੀ ਕਰ ਰਹੇ ਸੀ, ਕਈ ਚੀਜ਼ਾਂ ਦੀ ਹੈ ਨਾ ਡਿਸਕਸ਼ਨ ਹੋਈ ਸੀ, ਔਰ ਮੈਂ ਤੁਹਾਡਾ ਭਾਸ਼ਣ ਵੀ ਚੰਡੀਗੜ੍ਹ ਸੁਣਿਆ ਸੀ, 28 ਸੈਕਟਰ ਦੇ ਵਿੱਚ ਇੱਕ ਮੀਟਿੰਗ ਸੀ ਤੇ ਉੱਥੇ ਤੁਸੀਂ ਕਈ ਚੀਜ਼ਾਂ ਬੋਲੀਆਂ ਸੀ, ਔਰ ਮੈਨੂੰ ਲੱਗਿਆ ਸੀ ਕਿ ਤੁਹਾਡੇ ਨਾਲ ਕਿਸੇ ਵਿਹਲੇ ਟਾਈਮ ਤੇ ਖੁੱਲ੍ਹੇ ਟਾਈਮ ਗੱਲ ਕੀਤੀ ਜਾਵੇ, ਔਰ ਜਿਹੜੀਆਂ ਗੱਲਾਂ ਤੁਸੀਂ ਬੋਲ ਰਹੇ ਸੀ ਉਹ ਸਾਹਮਣੇ ਆਉਣ। ਤਾਂ ਸੰਗਤ ਨੂੰ ਅੱਜ ਤੁਸੀਂ ਆਪਣੇ ਜੀਵਨ ਦੇ ਵਿੱਚ ਝਾਤ ਮਾਰੋ ਵੀ ਜਿਹੜਾ ਸ਼ਰਮਨਾਕ ਪੱਖ ਸਾਡੇ ਪੰਥਕ ਸਿਸਟਮ ਦਾ ਆ, ਉਹ ਕਿਵੇਂ ਤੁਹਾਨੂੰ ਪ੍ਰਭਾਵਿਤ ਕਰਦਾ ਰਿਹਾ। ਉਹ ਜੀ ਗੱਲ ਇਸ ਤਰ੍ਹਾਂ ਵੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਜੋ ਦੇਖ ਰਹੀਆਂ ਨੇ, ਗੁਰੂ ਫਤਿਹ ਦੀ ਸਾਂਝ ਪਾਈਏ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮੇਰੀ ਜਿਹੜੀ ਜੀਵਨ ਦੀ ਹਿਸਟਰੀ ਆ ਨਾ, ਉਹ ਇੱਕ ਬੜੀ ਵਿਚਿੱਤਰ ਜਿਹੀ ਹਿਸਟਰੀ ਆ ਜੀ। ਜਦੋਂ ਸਾਡੇ ਦਾਦਾ ਜੀ ਹੁਣੀ ਪਾਕਿਸਤਾਨ 'ਚੋਂ ਆਏ ਤੇ ਅਜਨਾਲਾ ਤਹਿਸੀਲ ਦੇ ਵਿੱਚ 5 ਗਰਾਈ ਪਿੰਡ ਆ ਜੀ, ਇੱਥੇ ਕੱਚੀਆਂ ਲਾਟਾਂ ਹੋਈਆਂ ਜੀ। ਉਹ ਭਿਅੰਕਰ ਸਮਾਂ ਜਿਹੜਾ ਇਦਾਂ ਦਾ ਸੀ ਵੀ ਉਸ ਟਾਈਮ ਭਾਈਚਾਰਕ ਸਾਂਝ ਨੇ ਬਹੁਤ ਕੁਝ ਬਚਾਇਆ। ਜਿਵੇਂ ਜਿਨ੍ਹਾਂ ਦੇ ਇੱਧਰ ਪਹਿਲਾਂ ਰਹਿੰਦੇ ਸੀਗੇ ਜੀ, ਤੇ ਜਦੋਂ ਉਧਰੋਂ ਉੱਜੜ ਕੇ ਆਏ, ਉਦੋਂ ਕਿਸੇ ਨੇ ਕਿਸੇ ਦੀ ਧੀ ਨੂੰ ਸੰਭਾਲ ਲਿਆ ਵੀ ਚੱਲ ਇਹਦਾ ਵਿਆਹ ਅਸੀਂ ਕਰ ਦਾਂਗੇ, ਅਸੀਂ ਇਹਨੂੰ ਪਾਲ ਦਾਂਗੇ, ਇਨਸਾਨੀਅਤ ਨਾਤੇ। ਜਦੋਂ ਬੱਚੇ ਜ਼ਿਆਦਾ ਸੀ ਤਾਂ ਉਹਨੇ ਕਹਿਣਾ ਚੱਲ ਇੱਕ ਬੱਚਾ ਸਾਨੂੰ ਫੜਾ ਦਿਓ, ਅਸੀਂ ਸੰਭਾਲ ਲਾਂਗੇ। ਹਾਂਜੀ। ਇਸੇ ਤਰ੍ਹਾਂ ਮੇਰਾ ਦਾਦਾ ਜੀ ਜਦੋਂ ਉਦੋਂ ਉੱਜੜ ਪੁੱਜੜ ਕੇ ਆਏ ਸੀ, ਸਾਨੂੰ 2 ਸਾਲ ਕੱਚੀਆਂ ਲਾਟਮੈਂਟਾਂ ਦੇ ਵਿੱਚ 5 ਗਰਾਈ ਰਹਿਣਾ ਪਿਆ। ਠੀਕ ਹੈ ਜੀ। ਉਸ ਤੋਂ ਬਾਅਦ ਮੇਰੇ ਦਾਦਾ ਜੀ ਨੂੰ ਪੱਕੀਆਂ ਲਾਟਾਂ ਹੋ ਗਈਆਂ। ਫਿਰੋਜ਼ਪੁਰ ਜ਼ਿਲ੍ਹਾ ਸੀਗਾ, ਹੁਣ ਉਹ ਫਿਰ ਮੁਕਤਸਰ ਜ਼ਿਲ੍ਹਾ ਬਣ ਗਿਆ, ਮਲੋਟ ਇਲਾਕੇ 'ਚ। ਠੀਕ ਹੈ ਜੀ। ਤੇ ਜਿਹੜੇ ਮੇਰੇ ਪਿਤਾ ਜੀ ਸੀ, ਇਹ ਛੋਟੇ ਜਿਹੇ ਸੀ ਉਸ ਟਾਈਮ, ਤਕਰੀਬਨ ਕੋਈ ਦੱਸਦੇ ਆ ਵੀ 4 ਕੁ ਸਾਲ ਦੇ ਸੀ। ਠੀਕ ਹੈ ਜੀ। ਜਦੋਂ ਪਾਕਿਸਤਾਨ ਬਣਿਆ, ਤੇ ਮੇਰੇ ਪਿਤਾ ਜੀ ਦੀ ਜਿਹੜੀ ਭੂਆ ਜੀ ਸੀ, ਇਹਨਾਂ ਦੇ ਫੁੱਫੜ ਜੀ ਇੱਥੇ ਦਰਬਾਰ ਸਾਹਿਬ ਪ੍ਰਚਾਰਕ ਸਨ ਜੀ। ਤੇ ਇਹਨਾਂ ਨੇ 2 ਬੱਚੇ ਰੱਖ ਲਏ, ਇੱਕ ਮੇਰੀ ਭੂਆ ਨੂੰ ਰੱਖ ਲਿਆ, ਇੱਕ ਮੇਰੇ ਪਿਤਾ ਜੀ ਨੂੰ ਰੱਖ ਲਿਆ ਵੀ ਚਲ ਇਹ 2 ਬੱਚੇ ਅਸੀਂ ਭਰਾ ਨੂੰ ਕਹਿਣ ਲੱਗੀ ਵੀ ਵੀਰ ਮੈਂ ਪਾਲ ਦੂੰ, ਜੀ ਜੀ ਜੀ, ਵੀ ਤੁਸੀਂ ਸੈਟਲ ਹੋ ਜਾਓ। ਮੇਰੇ ਪਿਤਾ ਜੀ ਅੰਮ੍ਰਿਤਸਰ ਦੀ ਧਰਤੀ ਤੇ ਪੜ੍ਹੇ ਤੇ ਇੱਥੇ ਹੀ ਉਹ ਪੁਲਿਸ ਵਿੱਚ ਭਰਤੀ ਹੋ ਗਏ, ਦਿੱਲੀ ਪੁਲਿਸ 'ਚ ਭਰਤੀ। ਮੁੜ ਕੇ ਬਾਅਦ 'ਚ ਜਦੋਂ ਇਹ ਵੰਡ ਹੋਈ ਸੀਗੀ ਜੀ, ਪਹਿਲਾਂ ਸੈਂਟਰੀ ਭਰਤੀ ਕਰਦਾ ਸੀ ਸਾਰੀਆਂ ਸਟੇਟਾਂ ਦੀ। ਠੀਕ ਹੈ ਜੀ। ਤੇ ਉੱਥੇ ਭਰਤੀ ਹੋ ਗਏ ਤੇ ਸਾਡਾ ਜਿਹੜਾ ਸੀਗਾ ਇੱਧਰ ਹੀ ਜੰਮਪਲ, ਅਸੀਂ ਜੰਡਿਆਲਾ ਗੁਰੂ ਕੇ ਰਹਿੰਦੇ ਸੀਗੇ ਜੀ। ਗੁਰੂ ਕੇ ਜੰਡਿਆਲੇ ਵਿੱਚ ਰਹਿੰਦੇ ਸੀ ਅਸੀਂ। ਤੇ ਜਦੋਂ ਮੇਰੇ ਜਿਹੜੇ ਦਾਦਾ ਜੀ ਆ, ਮੇਰੇ ਨਾਨਾ ਜੀ, ਮੇਰੇ ਪੜਨਾਨਾ ਜੀ, ਮੇਰੇ ਮਾਮਾ ਜੀ, ਇਹ ਸਾਰੇ ਕਥਾਵਾਚਕ ਸੀ ਜੀ। ਤੇ ਮੁਕਤਸਰ ਸਾਹਿਬ ਤੋਂ ਜਦੋਂ ਮਾਘੀ ਦਾ ਮੇਲੇ ਤੋਂ ਕਥਾਵਾਚਕ ਪ੍ਰਚਾਰਕ ਜਿਹੜੇ ਸੀ, ਉਹ ਸਾਰੇ ਵਿਹਲੇ ਹੋ ਕੇ ਤੇ ਸਾਡੇ ਘਰੇ ਜਾਂਦੇ ਸੀ। ਠੀਕ ਹੈ ਜੀ। ਤੇ ਖੁੱਲੀ ਜ਼ਮੀਨ ਸੀ ਸਾਡੇ ਕੋਲ। ਦਾਦਾ ਜੀ ਨੇ ਪਹਿਲਾਂ ਹੀ ਪ੍ਰਬੰਧ ਕੀਤਾ ਹੁੰਦਾ ਸੀਗਾ ਉਹਨਾਂ ਸਮਿਆਂ ਦੇ ਵਿੱਚ, ਬੱਕਰੇ ਬੁੱਕਰੇ ਲਿਆਉਣੇ, ਕੁੱਕੜ ਕਾਕੜ ਰੱਖਣੇ ਹੋਣੇ, ਤੇ ਇਹਨਾਂ ਨੇ ਬਹਿ ਕੇ ਜਦੋਂ ਫਿਰ ਮਹਿਫਲਾਂ ਲਾਉਣੀਆਂ ਤੇ ਇਤਿਹਾਸਕ ਵਿਚਾਰਾਂ ਚੱਲਣੀਆਂ। ਮੈਂ ਛੋਟਾ ਜਿਹਾ ਸੀ, ਮੈਨੂੰ ਇੱਕ ਐਸਾ ਚਸਕਾ ਪਿਆ ਗੱਲਾਂ ਬਾਤਾਂ ਦਾ। ਠੀਕ ਹੈ ਜੀ। ਸਮਝ ਕੁਛ ਨਹੀਂ ਸੀ ਆਉਂਦੀ, ਪਰ ਮੈਨੂੰ ਜਦੋਂ ਨਾ ਸ਼ਹੀਦਾਂ ਦੀਆਂ ਸਟੋਰੀਆਂ ਸੁਣਾਉਣੀਆਂ ਜਾਂ ਇਹੋ ਜਿਹੀਆਂ ਗੱਲਾਂ ਕਰਨੀਆਂ, ਮੈਨੂੰ ਇੰਟਰਸਟ ਬੜਾ ਆਉਣਾ। ਠੀਕ ਹੈ। ਤੇ ਮੈਂ ਇਹਨਾਂ ਦੇ ਕੋਲ ਬੈਠੇ ਰਹਿਣਾ ਜੀ।
ਤੇ ਜਿਹੜੇ ਭਾਈ ਮਾਨ ਸਿੰਘ ਜੀ ਝੌਰ ਤੇ ਇੱਕ ਕਿਸ਼ਨ ਸਿੰਘ ਜੀ, ਡਾਕਟਰ ਗੰਡਾ ਸਿੰਘ ਜੀ, ਜੀ ਜੀ ਤੇ ਇੱਕ ਪ੍ਰਤਾਪ ਸਿੰਘ ਸੀ। ਮੈਨੂੰ ਉਦੋਂ ਨਹੀਂ ਸੀ ਪਤਾ, ਹੁਣ ਪਤਾ ਲੱਗਦਾ ਜਿਹੜੀਆਂ ਪੁਰਾਣੀਆਂ ਫੋਟੋਆਂ ਵੇਖ ਕੇ। ਜੀ ਇਹ ਸਾਡੇ ਘਰੇ ਆਮ ਜਾਂਦੇ ਹੁੰਦੇ ਸੀ। ਜਦੋਂ ਮਾਘੀ ਦਾ ਮੇਲਾ ਲਾ ਕੇ ਇਹਨਾਂ ਨੇ ਉੱਥੇ ਸਾਡੇ ਘਰੇ ਚੱਲ ਜਾਣਾ ਤੇ ਰੋਜ਼ ਮਹਿਫਲਾਂ ਲੱਗਣੀਆਂ ਜੀ ਤੇ ਉੱਥੋਂ ਫਿਰ ਪੂਰੇ ਜਥੇ ਨੇ ਸਿੱਧੇ ਆਨੰਦਪੁਰ ਸਾਹਿਬ ਜਾਣਾ ਤੇ ਮੈਂ ਰੋਜ਼ ਚਸਕੇ ਲੈ ਲੈ ਕੇ ਉਹ ਗੱਲਾਂ ਸੁਣਨੀਆਂ ਜਿਹੜੀਆਂ ਹਿਸਟਰੀ ਦੀਆਂ ਸੀਗੀਆਂ ਤੇ ਮੇਰੇ ਤੇ ਮਨ ਦੇ ਵਿੱਚ ਇਤਨਾ ਪ੍ਰਭਾਵ ਪੈ ਗਿਆ ਵੀ ਮੈਂ ਕਿਹਾ ਮੈਂ ਗਿਆਨੀ ਬਣੂੰਗਾ, ਮੈਂ ਗਿਆਨੀ ਬਣੂੰਗਾ। ਮੇਰੇ ਪਿਤਾ ਜੀ ਨੇ ਜਦੋਂ ਛੁੱਟੀ ਆਉਣਾ ਤੇ ਉਹਨੇ ਰੌਲਾ ਰੱਪਾ ਪਾਉਣਾ ਵੀ ਸਕੂਲ ਨਹੀਂ ਜਾਂਦਾ ਜੀ ਤੇ ਉਹਨੇ ਸਕੂਲ ਛੱਡ ਕੇ ਆਉਣਾ ਮੈਨੂੰ ਤੇ ਜਦੋਂ ਛੁੱਟੀ ਜਾਂਦਾ ਸੀ ਤੇ ਹੁਣ ਜਦੋਂ ਸਕੂਲ ਛੱਡ ਕੇ ਮੈਨੂੰ ਉਹਨੇ ਆਉਣਾ ਤੇ ਜਿਹੜੇ ਰਸਤੇ 'ਚ ਭੈਣ ਭਰਾ ਮਿਲਣੇ ਉਹਨਾਂ ਨੇ ਪੁੱਛਣਾ ਕਦੋਂ ਆਇਆ, ਛੁੱਟੀ ਕਿਸ ਤਰ੍ਹਾਂ ਆਇਆ ਤੇ ਉਹਨਾਂ ਨੇ ਰਸਤੇ ਦੇ 'ਚ ਰੁਕੇ ਹੋਣਾ ਤੇ ਮੈਂ ਘਰੇ ਆ ਜਾਣਾ। ਅੱਛਾ ਜਦੋਂ ਉਹਨੇ ਘਰੇ ਆ ਕੇ ਵੇਖਣਾ ਤੇ ਮੈਂ ਫਿਰ ਘਰੇ। ਹਾਂਜੀ ਅਖੀਰ ਜੀ ਮੈਨੂੰ ਕੁੱਟਣਾ ਵੀ ਬੜਾ ਕੁਝ ਕੀਤਾ ਪਰ ਮੈਂ ਸਕੂਲ ਨਹੀਂ ਗਿਆ। ਜਦੋਂ ਸਕੂਲ ਨਹੀਂ ਗਿਆ ਤੇ ਇੱਕ ਦਿਨ ਮੇਰੇ ਦਾਦਾ ਜੀ, ਮੇਰੇ ਪਿਤਾ ਜੀ ਦਾ ਨਾਮ ਸਰਦਾਰ ਮਹਿੰਦਰ ਸਿੰਘ ਸੀ, ਠੀਕ ਹੈ ਜੀ, ਉਹਨੂੰ ਕਹਿਣ ਲੱਗੇ ਉਹ ਮਹਿੰਦਰਾ ਇਹਨੂੰ ਕੁੱਟਣਾ, ਇਹਨੇ ਸਕੂਲ ਸਕਾਲ ਕੋਈ ਨਹੀਂ ਜਾਣਾ ਤੇ ਇਹਨੂੰ ਤੂੰ ਕਿਸੇ ਵਿਦਿਆਲੇ ਛੱਡਿਆ। ਠੀਕ ਹੈ ਜੀ। 1983 ਦੇ ਵਿੱਚ ਮੈਨੂੰ ਉਹ ਫਿਰ ਮੇਰੇ ਦਾਦਾ ਜੀ ਦੇ ਕਹਿਣ ਮੁਤਾਬਕ ਇੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੀ ਟਕਸਾਲ ਜਿਹੜੀ ਸੀ ਤੇ ਮਹਾਂਪੁਰਸ਼ ਇੱਥੇ ਗੁਰੂ ਰਾਮਦਾਸ ਸਰਾਂ 'ਚ ਹੁੰਦੇ ਸੀਗੇ ਜੀ ਉੱਪਰ, ਇੱਥੇ ਮੈਨੂੰ ਉਹ ਦਾਖਲ ਕਰਾ ਗਏ। ਕਿਹੜੇ ਮਹਾਂਪੁਰਸ਼ ਸੀ ਉਦੋਂ? ਸੰਤ ਜਰਨੈਲ ਸਿੰਘ ਜੀ। ਅੱਛਾ, ਉਹਨਾਂ ਦੇ ਕੋਲ? ਹਾਂਜੀ ਠੀਕ ਹੈ ਜੀ। ਇਹਨਾਂ ਦੇ ਕੋਲ ਮੈਨੂੰ ਭਰਤੀ ਕਰਾ ਗਏ ਜੀ। ਜਦੋਂ ਇਹਨਾਂ ਕੋਲ ਭਰਤੀ ਕਰਾ ਗਏ ਤੇ ਇਹਨਾਂ ਨੇ ਮੇਰਾ ਉਸਤਾਦ ਸੰਤ ਜਰਨੈਲ ਸਿੰਘ ਜੀ ਨੇ ਮੇਰਾ ਉਸਤਾਦ ਨਿਯੁਕਤ ਕੀਤਾ ਗਿਆਨੀ ਮੋਹਕਮ ਸਿੰਘ ਜੀ। ਠੀਕ ਹੈ ਜੀ। ਉਹ ਉਸ ਟਾਈਮ ਪੰਜਾਂ ਪੈਰਾਂ ਦੇ ਪ੍ਰਚਾਰਕ ਸੀ। ਜੀ ਜੀ ਜੀ। ਪੰਜਾਂ ਪੈਰਾਂ ਦੇ ਜਹੇਦਾਰ ਸੀ, ਅੱਜ ਸ਼ਾਇਦ ਪ੍ਰਚਾਰਕ ਆ ਜੀ। ਮੈਂ ਬਹੁਤ ਛੋਟਾ ਸੀ, ਬੜੇ ਬੱਚੇ ਉਹ ਪੜ੍ਹਾਉਂਦੇ ਹੁੰਦੇ ਸੀ। 84 ਦੇ ਵਿੱਚ ਘੱਲੂਘਾਰਾ ਹੋ ਗਿਆ। ਜਿੱਦਣ ਘੱਲੂਘਾਰਾ ਅਟੈਕ ਹੁੰਦਾ ਹੈ ਜੀ, ਉਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ ਤੇ ਮੇਰੇ ਮਾਤਾ ਪਿਤਾ ਜੀ ਆਏ ਸੀ ਇੱਥੇ ਸ਼ਹੀਦੀ ਪੁਰਬ 'ਚ ਤੇ ਇਹਨਾਂ ਨੇ ਆਣ ਕੇ ਸੰਤਾਂ ਨੂੰ ਕਿਹਾ ਕਿ ਅਸੀਂ ਇਹਨੂੰ, ਮੈਨੂੰ ਛੋਟੂ ਕਹਿੰਦੇ ਹੁੰਦੇ ਸੀ, ਠੀਕ ਹੈ, ਛੋਟਾ ਸੀ ਮੈਂ ਸਾਰਿਆਂ 'ਚ, ਤੇ ਕਹਿੰਦੇ ਵੀ ਇਹਨੂੰ ਭਚੰਗੀ ਨੂੰ ਅਸੀਂ ਲੈ ਕੇ ਜਾਣਾ ਹੈ 2-4 ਦਿਨ ਛੁੱਟੀ ਵਾਸਤੇ ਘਰੇ। ਉਹ ਕਹਿੰਦੇ ਵੀ ਲੈ ਜਾਓ। ਠੀਕ ਹੈ ਜੀ। ਮੈਨੂੰ ਕਹਿੰਦੇ ਛੋਟੂ ਤਿਆਰ ਹੋ ਜਾ। ਤੇ ਮੁੜ ਕੇ ਕੀ ਹੋਇਆ ਵੀ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚਲੇ ਗਏ। ਦਰਸ਼ਨ ਕਰਕੇ ਆਏ ਤੇ 4 ਵਜੇ ਸੰਤਾਂ ਦਾ ਲੈਕਚਰ ਸੀ। ਉਹ ਉੱਤੋਂ ਉਤਰੇ, ਸਿੱਧੀ ਨਜ਼ਰ ਮੇਰੇ ਤੇ ਪਈ ਤੇ ਮੈਨੂੰ ਇਸ਼ਾਰਾ ਕਰਕੇ ਆਵਾਜ਼ ਮਾਰੀ, ਕਹਿੰਦੇ ਛੋਟੂ ਇੱਧਰ ਆ। ਮੈਂ ਗਿਆ, ਕਹਿਣ ਲੱਗੇ ਤੁਸੀਂ ਗਏ ਨਹੀਂ? ਮੈਂ ਕਿਹਾ ਜੀ ਡੈਡੀ ਕਹਿੰਦੇ ਤੁਹਾਡਾ ਲੈਕਚਰ ਸੁਣ ਕੇ ਜਾਣਾ। ਕਹਿੰਦੇ ਕੋਈ ਲੈਕਚਰ ਲੁਕਚਰ ਨਹੀਂ, ਨਿਕਲ ਜਾਓ ਹੁਣੇ ਹੀ। ਤੇ ਮੈਂ ਆ ਕੇ ਆਖਿਆ, ਮੈਂ ਕਿਹਾ ਜੀ ਮਹਾਂਪੁਰਸ਼ਾਂ ਦਾ ਹੁਕਮ ਹੋ ਗਿਆ ਵੀ ਚਲੇ ਜਾਓ ਤੇ ਚਲੋ ਤੁਸੀਂ ਚੱਲੀਏ। ਡੈਡੀ ਕਹਿੰਦੇ ਨਹੀਂ ਲੈਕਚਰ। ਮੈਂ ਕਿਹਾ ਨਹੀਂ ਜੀ ਕੋਈ ਲੈਕਚਰ ਨਹੀਂ, ਉਹਨਾਂ ਨੇ ਕਹਿਤਾ ਚੱਲ ਜਾਓ ਤਾਂ ਚੱਲ ਜਾਓ। ਅਸੀਂ ਨਿਕਲ ਆਏ, ਇੱਥੋਂ ਰਕਸ਼ਾ ਫੜਿਆ ਤੇ ਬੱਸ ਅੱਡੇ ਉਸ ਲੋਕਲ ਬੱਸ ਫੜੀ ਤੇ ਅਸੀਂ ਜੰਡਿਆਲੇ। ਠੀਕ ਹੈ ਜੀ। ਜੰਡਿਆਲਿਓਂ ਅਸੀਂ ਰਿਕਸ਼ਾ ਫੜਿਆ ਤੇ ਸਾਡਾ ਘਰ ਸੀ ਸ਼ੇਖ ਪਤਾ ਦਰਵਾਜ਼ਾ ਜੀ। ਉੱਥੇ ਘਰ ਸੀ ਤੇ ਅਸੀਂ ਰਿਕਸ਼ੇ ਤੇ ਬਹਿ ਕੇ ਜਾ ਰਹੇ, ਘਾਹ ਮੰਡੀ ਰਸਤੇ 'ਚ ਆਉਂਦੀ, ਉੱਥੇ ਆਏ ਤੇ ਪੰਜਾਬ ਸੀਲ ਹੋ ਗਿਆ, ਅਟੈਕ ਹੋ ਗਿਆ, ਸਾਰਾ ਕੁਝ ਬਰਬਾਦ ਹੋ ਗਿਆ ਤੇ ਸਾਡਾ ਜਿਹੜਾ ਜੀਵਨ ਸੀ ਉੱਥੋਂ ਬਿਖਰ ਗਿਆ। ਬਸ ਉਹ ਮੈਂ ਥੋੜ੍ਹਾ ਜਿਹਾ 7-8 ਮਹੀਨੇ ਮੈਂ ਉਸ ਟਕਸਾਲ ਦੇ ਵਿੱਚ ਰਹਿ ਕੇ ਕਾਇਦਾ ਪੜ੍ਹਿਆ। ਕਾਇਦੇ ਤੋਂ ਬਾਅਦ ਮੇਰੀ ਸੰਥਿਆ ਜਪਜੀ ਸਾਹਿਬ ਦੀ ਹੋਈ। ਜਪਜੀ ਸਾਹਿਬ ਦੀ ਸੰਥਿਆ ਅਜੇ ਚਲਦੀ ਪਈ ਸੀ, ਵਿੱਚ ਪੂਰੀ ਨਹੀਂ ਸੀ ਹੋਈ ਤੇ ਬਿਖਰ ਗਿਆ ਸਾਰਾ ਕੁਝ। ਅਸੀਂ 5-7 ਵਿਦਿਆਰਥੀ ਸੀ, ਬੰਡਾਲੀਆ ਲੱਖਾ ਤੇ ਸੁੱਖਾ ਸਿੰਘ ਸਖੀਰਾ, ਇੱਕ ਪਿੱਪਲ ਸਿੰਘ ਹੁੰਦਾ ਸੀ ਜੀ, ਇੱਕ ਬਿੱਲਾ ਵਰਪਾਲੀਆ ਹੁੰਦਾ ਸੀ, ਇੱਦਾਂ ਕਰਕੇ ਵਾਹਵਾ ਵਿਦਿਆਰਥੀ ਸੀ ਅਸੀਂ। ਤੇ ਬਿਖਰ ਜੇ ਗਏ ਅਸੀਂ, ਮਹਿਤੇ ਚੌਂਕ ਗਏ ਤੇ ਉੱਥੇ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ, ਠੀਕ ਹੈ ਜੀ, ਉਹਨਾਂ ਸਾਨੂੰ ਰੱਖਿਆ ਨਹੀਂ ਉੱਥੇ। ਅੱਛਾ। ਪੈਸੇ ਦੇ ਦਿਆ ਕਰਨ ਤੇ ਕਹਿ ਦਿਆ ਕਰਨ ਵੀ ਤੁਸੀਂ ਇੱਥੇ ਨਹੀਂ ਆਉਣਾ। ਵਜ੍ਹਾ ਕੀ ਹੋਈ ਇਹਦੀ? ਵਜ੍ਹਾ ਵੀ ਤੁਸੀਂ ਉੱਥੇ ਸੀਗੇ, ਤੁਹਾਡੇ ਨਾਮ ਨੂੰ ਦਰਜ ਨੇ। ਅੱਛਾ ਅੱਛਾ ਤੇ ਠੀਕ। ਤੁਸੀਂ ਡੇਰੇ 'ਚ ਨਹੀਂ ਆਉਣਾ। ਸਾਨੂੰ ਉੱਥੇ ਭੇਜਦਾ ਕਰਨ। ਚਲੋ ਜੀ, ਉੱਥੋਂ ਬਿਖਰਦੇ ਸਾਡੇ ਸਿਰ ਤੇ ਉਹ ਜੋ ਬਚਪਨਾ ਸੀਗਾ ਤੇ ਇੱਕ ਤੁਹਾਨੂੰ ਪਤਾ ਬੱਚੇ ਦਾ ਜਿਹੜਾ ਦਿਮਾਗ ਹੁੰਦਾ ਉਹ ਫਰੈਸ਼ ਹੁੰਦਾ, ਉਹਦੇ ਉੱਤੇ ਜੋ ਮਰਜ਼ੀ ਲਿਖ ਦਿਓ। ਹਾਂਜੀ ਹਾਂਜੀ। ਤੇ ਸਾਡੇ ਸਿਰ ਤੇ ਭੂਤ ਸਵਾਰ ਹੋ ਗਿਆ ਖਾਲਿਸਤਾਨ ਦਾ। ਅਸੀਂ ਆਪਣੇ ਆਪ ਨੂੰ ਖਾਲਿਸਤਾਨੀ ਤੇ ਮਰ ਮਿਟਣ ਵਾਲੇ ਬਣ ਗਏ। ਹੌਲੀ ਹੌਲੀ ਸਾਡਾ ਨਾਮ ਜਿਹੜਾ ਸੀ ਉਹ ਪੁਲਿਸ ਦੇ ਰਿਕਾਰਡ 'ਚ ਆ ਗਿਆ ਤੇ ਪੁਲਿਸ ਤੋਂ ਭਗੌੜੇ ਹੋ ਗਏ। ਇਹਨਾਂ ਤੋਂ ਬਚਣ ਵਾਸਤੇ ਅਸੀਂ ਨਿਹੰਗਾ ਸਿੰਘਾਂ ਚਲੇ ਗਏ। ਠੀਕ ਹੈ ਜੀ। ਪੁਲਿਸ ਤੋਂ ਬਚਣ ਵਾਸਤੇ ਨਿਹੰਗਾ ਸਿੰਘਾਂ ਚਲੇ ਗਏ। ਉੱਥੇ ਜਾ ਕੇ ਮੈਂ ਸ਼ਸਤਰ ਵਿੱਦਿਆ ਸਿੱਖੀ,
ਗੱਤਕਾ, ਘੋੜ ਦੌੜ, ਜੀ ਦਸਮ ਗ੍ਰੰਥ ਦੀ ਸੰਥਿਆ ਕੀਤੀ, ਸਰਬਲੋਹ ਦਾ ਗਿਆਨ ਲਿਆ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਥੋੜ੍ਹਾ ਨੌਲੇਜ ਲਿਆ। 3 ਸਾਲ ਮੈਂ ਉਹਨਾਂ ਦੇ ਵਿੱਚ ਰਿਹਾ। ਉਹਦੇ ਵਿੱਚ ਮੈਂ 2-3 ਦਲਾਂ ਦੇ ਵਿੱਚ ਜਾ ਕੇ ਵੇਖਿਆ ਜਿੱਥੇ ਬਹੁਤ ਸਾਰਾ ਵਿਤਕਰਾ ਹੁੰਦਾ ਸੀ। ਵਿਤਕਰਾ ਕਿਵੇਂ ਮਤਲਬ? ਜਿਵੇਂ ਆਪਣਾ ਸਰਦਾਰ ਅਵਤਾਰ ਸਿੰਘ ਜੀ ਬ੍ਰਹਮਾ ਜੀ ਮੇਰੇ ਬੜੇ ਗੂੜੇ ਮਿੱਤਰ ਸਨ। ਠੀਕ ਹੈ ਜੀ। ਅਸੀਂ ਇੱਕ ਦਿਨ ਡੇਰੇ ਤੇ ਗਏ, ਜਿਹੜਾ ਡੇਰਾ ਬਾਬੇ ਵਿਧੀ ਚੰਦੀਆਂ ਦਾ ਹੈ। ਠੀਕ ਹੈ ਜੀ। ਤੇ ਬ੍ਰਹਮਾ ਸਾਹਿਬ ਦਾ ਬੜਾ ਪਿਆਰ ਸੀ ਉਹਨਾਂ ਦੇ ਨਾਲ। ਉੱਥੇ ਲੰਗਰ ਪਾਣੀ ਤਿਆਰ ਹੋਇਆ ਤੇ ਜਦੋਂ ਲੰਗਰ ਛਕਣ ਲੱਗੇ ਨਾ, ਠੀਕ ਹੈ ਜੀ, ਉਹ ਬੰਦਾ ਉਹਨਾਂ ਦਾ ਕੋਈ ਉਹ ਡੇਰੇ ਦਾ ਜਿਹੜਾ ਮਹੰਤ ਸੀ ਕੋਈ, ਉਹ ਇਸ਼ਾਰੇ ਨਾਲ ਪੁੱਛਦਾ ਅਵਤਾਰ ਸਿੰਘ ਨੂੰ, ਕਹਿਣ ਲੱਗਾ, ਕਹਿੰਦਾ ਵੀ ਇਹ ਕੌਣ ਆ? ਤੇ ਇਹਨੇ ਇਸ਼ਾਰੇ ਜਿਹੇ ਨਾਲ ਪੁੱਛਿਆ, ਉਹਨੇ ਮੈਨੂੰ ਜੱਫੀ ਜੀ 'ਚ ਲੈ ਕੇ ਖੁੱਲ੍ਹ ਕੇ ਕਹਿਣ ਲੱਗਾ ਗੁਰੂ ਕੇ ਬੇਟੇ ਆ। ਤੇ ਫਿਰ ਉਹਨੇ ਉਹਨੂੰ ਕਹਿਣ ਲੱਗਾ ਵੀ ਇਹ ਸਾਡੇ ਨਾਲ ਬਹਿ ਕੇ ਲੰਗਰ ਨਹੀਂ ਛਕ ਸਕਦਾ। ਅੱਛਾ, ਹਾਂ, ਇਹ ਸਾਡੇ ਨਾਲ ਬਹਿ ਕੇ ਲੰਗਰ ਨਹੀਂ ਛਕ ਸਕਦਾ। ਠੀਕ ਹੈ ਜੀ। ਕਹਿੰਦਾ ਕੀ ਗੱਲ? ਵੀ ਕਹਿੰਦਾ ਇਹ ਮਜਬੀ ਸਿੱਖ ਹੈ, ਅਸੀਂ ਮਜਬੀ ਸਿੱਖਾਂ ਨੂੰ ਪੰਗਤ ਦੇ ਵਿੱਚ ਸੰਗਤ ਵਿੱਚ ਨਹੀਂ ਬਿਠਾਉਂਦੇ। ਉਹਨੇ ਫਿਰ ਇਹਨਾਂ ਨੂੰ ਬਹੁਤ ਮੰਦਾ ਚੰਗਾ ਬੋਲਿਆ, ਤੁਸੀਂ ਮਸੰਦ ਜੇ, ਤੁਸੀਂ ਆਓ ਜੇ ਗੁਰੂ ਕੇ ਬੇਟੇ ਨਾਲ ਤੁਸੀਂ ਇਹੋ ਜਿਹਾ ਵਰਤਾਓ ਕਰਦੇ ਹੋ। ਮੈਨੂੰ ਕਹਿੰਦਾ ਵੀ ਚੱਲ ਮਨਦੀਪ ਸਿੰਘ, ਇਹ ਮਸੰਦ ਲੋਕ ਨੇ, ਆਪਾਂ ਇੱਥੇ ਨਹੀਂ ਰੁਕਣਾ, ਇਹਨਾਂ ਕੋਲ ਨਹੀਂ ਰੁਕਣਾ। ਅਸੀਂ ਉੱਥੋਂ ਚਲੇ ਗਏ ਤੇ ਬੁੱਢੇ ਦਲ ਚੋਂ ਪਾਟ ਕੇ ਆਇਆ ਸੀਗਾ ਇੱਕ ਅਮਰੀਕ ਸਿੰਘ ਜੌੜੀਆ, ਠੀਕ ਹੈ ਜੀ, ਵੱਜਦਾ ਸੀਗਾ। ਉਹ ਸ਼ੇਖ ਫਤਿਹ ਨਿਸ਼ਾਨ ਸਾਹਿਬ ਚੜਾਇਆ ਸੀਗਾ 125 ਫੁੱਟ। ਠੀਕ ਹੈ ਜੀ। ਤੇ ਅਸੀਂ ਉੱਥੇ ਆ ਗਏ ਰਾਤ ਨੂੰ, ਉੱਥੇ ਆ ਕੇ ਰਾਤ ਰਹੀ। ਉਹਦੇ ਵਿੱਚ ਵੀ ਮੈਂ ਵੇਖਿਆ ਬੁੱਢੇ ਦਲ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸੀ ਉਹ ਕਰਦੇ ਸੀ ਵਿਤਕਰਾ, ਪਰ ਸਾਡੇ ਕੋਲ ਵੀ ਸ਼ਸਤਰ ਹੁੰਦੇ ਸੀਗੇ, ਸਾਡੇ ਸਾਹਮਣੇ ਨਹੀਂ ਸੀ ਕਰਦੇ, ਪਰ ਮੈਂ ਉਹਨਾਂ ਦੇ ਵਿੱਚ ਵੇਖਿਆ ਵੀ ਆਮ ਗੁਰਸਿੱਖਾਂ ਤੋਂ ਬੜਾ ਕਰਦੇ ਸੀ। ਪਰ ਅਸੀਂ ਇਸ ਚੀਜ਼ ਨੂੰ ਇੱਦਾਂ ਲੈ ਲਿਆ ਵੀ ਇਹ ਭੰਗ ਪੀਣੇ ਨੇ, ਵੀ ਇਹ ਦਵਾਨੇ ਮਸਤਾਨੇ, ਵੀ ਇਹ ਨਿਹੰਗ ਭੰਗੜ ਹੁੰਦੇ ਆ। ਤੇ ਅਸੀਂ ਮਤਲਬ ਦਿਲ ਤੇ ਨਾ ਲਾਈ ਗੱਲ। ਜਦੋਂ ਇਹ ਚੀਜ਼ਾਂ ਦਿਲ ਤੇ ਨਾ ਲਾਈਆਂ ਤਾਂ ਚਲੋ 3 ਸਾਲ ਬਾਅਦ ਅਸੀਂ ਪਹੁੰਚ ਕੀਤੀ ਹੌਲੀ ਹੌਲੀ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ, ਜਿਹੜੇ ਹਾਂ ਠੀਕ ਹੈ ਜੀ, ਗ੍ਰਹਿ ਮੰਤਰੀ ਜੀ, ਉਹਨਾਂ ਦੇ ਰਾਹੀਂ ਪਹੁੰਚ ਕਰਕੇ ਤੇ ਅਸੀਂ ਜਿਹੜੀ ਸਰਕਾਰ ਦੀ ਮੁੱਖ ਧਾਰਾ ਸੀ ਨਾ ਉਹਦੇ ਵਿੱਚ ਆਏ ਜੀ। ਉਹਨਾਂ ਸਾਨੂੰ ਪੇਸ਼ ਕਰਾਇਆ ਤੇ ਸਾਡੇ ਤੇ ਬੜਾ ਤਸੱਦਦ ਹੋਇਆ। ਆ ਮੇਰੇ ਚੱਡੇ ਚੁੱਡੇ ਸਭ ਪਾਟੇ ਹੋਏ। ਅੱਛਾ, ਬਹੁਤ ਤਸੱਦਦ ਹੋਇਆ, 21 ਦਿਨ ਤਸੱਦਦ ਹੁੰਦਾ ਰਿਹਾ। ਮੁੜ ਕੇ ਫਿਰ ਉੱਥੇ ਇੱਕ ਬਠਿੰਡੇ ਅਸੀਂ ਮਾਨਸਾ ਪੇਸ਼ ਹੋਏ ਸੀ ਤੇ ਮਾਨਸਾ ਵਾਲੇ ਨੇ ਪਤਾ ਨਹੀਂ ਕੀ ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਸਮਝ ਨਹੀਂ ਆਈ ਵੀ ਮੈਂ ਮਾਨਸਾ ਐਸਐਸਪੀ ਦੇ ਪੇਸ਼ ਹੋਇਆ ਜੀ, ਤੇ ਮੈਨੂੰ ਬਠਿੰਡੇ ਕਿਵੇਂ ਉਹਨਾਂ ਨੇ ਭੇਜ ਦਿੱਤਾ। ਤੇ ਸਾਬੋ ਕੀ ਤਲਵੰਡੀ ਥਾਣੇ ਦੇ ਵਿੱਚ ਉੱਥੇ ਸੀਗਾ ਆਪਣਾ, ਉਹ ਥਾਣੇਦਾਰ ਦਾ ਨਾਂ ਕੀ ਸੀਗਾ, ਇੰਸਪੈਕਟਰ ਦਾ ਮੇਰੇ ਦਿਮਾਗ ਚੋਂ ਵਿਸਰ ਗਿਆ ਹੈ। ਚਲੋ ਕੋਈ ਨਹੀਂ ਜੀ। ਉਸੇ ਐਸਐਸਪੀ ਅਨਿਲ ਕੁਮਾਰ ਸ਼ਰਮਾ ਸੀ ਜੀ, ਬਠਿੰਡੇ ਦਾ, ਤੇ ਐਸਪੀ ਆਪਰੇਸ਼ਨ ਸੀ ਮੋਹਕਮ ਸਿੰਘ ਜੀ। ਉਸ ਟਾਈਮ ਡੀਆਈਜੀ ਸੀ ਬਖਸ਼ੀ ਰਾਮ ਜੀ। ਬਖਸ਼ੀ ਰਾਮ ਡੀਆਈਜੀ ਤੇ ਅਨਿਲ ਕੁਮਾਰ ਸ਼ਰਮਾ ਇਹ ਸਾਨੂੰ ਬਚਾਉਂਦੇ ਆ। ਠੀਕ ਹੈ ਵੀ ਇਹ ਬੱਚੇ ਆ ਭਟਕੇ ਸੀ ਤੇ ਸਹੀ ਟਾਈਮ ਤੇ ਆ ਗਏ ਤੇ ਇਹਨਾਂ ਨੂੰ ਜੇਲ੍ਹ ਭੇਜੋ। ਕੇਵਲ ਸਿੰਘ ਇੰਸਪੈਕਟਰ, ਉਹ ਵੀ ਜੱਟ ਭਾਈਚਾਰੇ ਚੋਂ ਆ, ਤੇ ਐਸਪੀ ਆਪਰੇਸ਼ਨ ਜਿਹੜਾ ਮੋਹਕਮ ਸਿੰਘ ਉਹ ਵੀ ਜੱਟ ਭਾਈਚਾਰੇ ਚੋਂ। ਉਹਨੇ ਸਾਨੂੰ ਉੱਥੇ ਇੰਨਾ ਟੌਰਚਰ ਕੀਤਾ, ਸਾਨੂੰ ਜਾਤੀ ਸੂਚਕ ਚੂੜੇ ਚਾੜੇ ਕਹਿ ਕੇ ਬੜਾ ਕੁਛ ਸਾਨੂੰ ਤੇ ਸਾਡੇ ਤੇ ਤਸੱਦਦ ਬੜਾ ਕੀਤਾ ਥਾਣੇ ਦੇ ਅੰਦਰ। ਥਾਣੇ ਵਿੱਚ ਸਾਨੂੰ 3 ਵਾਰੀ ਉਹ ਪੁਲਿਸ ਮੁਕਾਬਲਾ ਝੂਠਾ ਬਣਾਉਣ ਵਾਸਤੇ ਲੈ ਕੇ ਗਏ ਜੀ। ਤੇ ਬਾਬੇ ਸ਼ਹੀਦਾਂ ਦੀ ਐਸੀ ਕੋਈ ਕਿਰਪਾ ਹੋਈ, ਇੱਕ ਵਾਰੀ ਡੀਆਈਜੀ ਬਖਸ਼ੀ ਰਾਮ ਸਾਹਮਣੇ ਆ ਗਿਆ ਅੱਗੇ ਜੀ, ਤੇ ਫਟਾਫਟ ਸਾਨੂੰ ਕੈਂਟਰ ਚੋਂ ਤਾਰਿਆ ਇਹਨਾਂ ਨੇ। ਇਹ 2 ਵਾਰੀ ਸਾਨੂੰ ਉਹ ਜਿਹੜਾ ਜਿਹਨੂੰ ਅਨਿਲ ਕੁਮਾਰ ਸ਼ਰਮਾ, ਹੁਣ ਇਹ ਬਾਹਮਣਾਂ ਨੂੰ ਗਾਲਾਂ ਕੱਢਦੇ ਆ, ਉਹਨਾਂ ਬਾਹਮਣਾਂ ਨੇ ਸਾਡੀ ਜਾਨ ਬਚਾਈ। ਉਹਨਾਂ ਨੇ ਅੱਗੇ ਆ ਕੇ ਸਾਨੂੰ ਤੇ ਬਚਾਇਆ। ਉਸ ਤੋਂ ਬਾਅਦ ਫਿਰ ਡੀਆਈਜੀ ਨੇ ਇਹਨਾਂ ਨੂੰ ਤਾੜਨਾ ਕੀਤੀ ਵੀ ਕੱਲ ਤੱਕ ਇਹ ਜੇਲ੍ਹ ਜਾਣੇ ਚਾਹੀਦੇ। ਜੀ ਜੀ। ਸਾਡੇ ਤੇ ਇਹਨਾਂ ਨੇ, ਸਾਡੇ ਕੋਲ ਫੜਿਆ ਕੋਈ ਨਹੀਂ, ਅਸੀਂ ਗ੍ਰਿਫਤਾਰ ਆਪ ਹੋਏ ਸੀ, ਪੇਸ਼ ਹੋਏ ਸੀ। ਇਹਨਾਂ ਨੇ ਸਾਡੀ ਜਦੋਂ ਗ੍ਰਿਫਤਾਰੀ ਪਾਈ ਤੇ ਸਾਡੇ ਤੇ 7-8 ਕੇਸ ਪਾਤੇ। ਇੱਕ ਤਾਂ ਇਹਨਾਂ ਨੇ ਕਰਤਾ ਵੀ ਇਹਨਾਂ ਦੇ ਕੋਲੋਂ ਪਿਸਤੌਲ ਮਿਲਿਆ ਤੇ ਦੂਜਾ ਇਹਨਾਂ ਨੇ ਕਿਹਾ ਜੀ ਪੁਲਿਸ ਤੇ ਫਾਇਰ ਕੀਤਾ। ਠੀਕ ਹੈ ਜੀ। ਏਦਾਂ ਧਾਰਾ ਜੇ ਵਾਵਾ ਸਾਰੀਆਂ ਲਾਤੀਆਂ ਤੇ ਉਹ ਸਾਡੇ ਸਾਰੇ ਜਿਹੜੇ ਕੇਸ ਪਾ ਕੇ ਸਾਨੂੰ ਜੇਲ੍ਹ 'ਚ ਭੇਜ ਦਿੱਤਾ। ਠੀਕ ਹੈ ਜੀ। ਹੁਣ ਜੇਲ੍ਹ ਦੇ ਵਿੱਚ ਅਵਲ ਖਰਾਣੇ ਦਾ ਇੱਕ ਡਿਪਟੀ ਸੁਪਰਡੈਂਟ ਸੀਗਾ। ਠੀਕ ਹੈ ਜੀ। ਉਹਨੇ ਫਿਰ ਸਾਡੇ ਨਾਲ ਜਾਤੀ ਵਿਤਕਰਾ ਕੀਤਾ, ਸਾਨੂੰ ਉੱਥੇ ਬੰਦੀਖਾਨੇ 'ਚ ਸੁੱਟਿਆ
ਤੇ ਜਿੱਥੇ ਚੱਕੀ ਸੀਗੀ 9 ਮਹੀਨੇ ਸਾਨੂੰ ਚੱਕੀ 'ਚ ਰੱਖਿਆ। ਉਹ ਚੱਕੀ ਜਿਹੜੀ ਸੀ ਉਹ ਹੁੰਦਾ ਹੈ 12-10 ਦੀ। ਠੀਕ ਹੈ ਜੀ। 12-10 ਦੀ ਹੁੰਦੀ, ਉਹਦੇ 'ਚ ਇੱਕ ਫਲੈਸ਼ ਹੁੰਦੀ ਆ ਤੇ ਉੱਥੇ ਇੱਕ ਟੂਟੀ ਲੱਗੀ ਹੁੰਦੀ ਆ, ਉੱਥੇ ਇੱਕ ਮੱਗ ਹੁੰਦਾ। ਉਸੇ ਮੱਗ ਦੇ ਨਾਲ ਨਹਾਉਣਾ, ਉਸੇ ਨਾਲ ਟੱਟੀ ਵਾਲੇ ਹੱਥ ਧੋਣੇ ਆ, ਉਹੀ ਮੱਗ ਦੇ ਨਾਲ ਪਾਣੀ ਪੀਣਾ। ਤੇ ਉੱਥੇ ਫਿਰ ਕੀ ਕੀਤਾ ਵੀ ਅਸੀਂ ਨਾਮ ਦੇ ਆਸਰੇ ਹੀ ਬਚੇ। ਮੈਂ ਤਾਂ ਉੱਥੇ ਕਿਤਾਬਾਂ ਹੀ ਪੜ੍ਹਦਾ ਰਿਹਾ ਤੇ ਸਾਰਾ ਦਿਨ ਚੰਡੀ ਦੀ ਵਾਰ, ਸੁਖਮਨੀ ਸਾਹਿਬ, 5-5 ਪਾਠ ਸੁਖਮਨੀ ਸਾਹਿਬ ਦੇ ਕਰਨੇ ਰੋਜ਼ ਜੀ। ਤੇ ਉਹ ਜਿਹੜੇ 9 ਮਹੀਨੇ ਸੀ ਉਹ ਪਤਾ ਨਹੀਂ ਕਿਤਨਾ ਬੀਤ ਗਏ, ਪਰ ਗੁਰੂ ਦੀ ਐਸੀ ਕਿਰਪਾ ਹੋਈ, ਬਹੁਤ ਸਾਰੀ ਸਟੱਡੀ ਹੋ ਗਈ, ਕੰਠ ਹੋ ਗਈ। ਮੈਨੂੰ ਸੁਖਮਨੀ ਸਾਹਿਬ ਜੇਲ੍ਹ 'ਚ ਕੰਠ ਹੋਇਆ, 5 ਬਾਣੀਆਂ ਜੇਲ੍ਹ 'ਚ ਕੰਠ ਹੋਈਆਂ ਜੀ। ਮੁੜ ਕੇ ਸਾਨੂੰ ਖੁੱਲੇ ਹੱਥ 'ਚ ਪਾਤਾ, ਫਿਰ ਸਾਡੀ ਜ਼ਮਾਨਤ ਹੋ ਗਈ। ਉਸ ਜੇਲ੍ਹ ਦੇ ਵਿੱਚ ਮੈਂ ਜਿਹੜਾ ਵਾਤਾਵਰਨ ਵੇਖਿਆ ਜੀ, ਉਸ ਟਾਈਮ 675 ਮੁੰਡੇ ਸੀ ਖਾੜਕੂਵਾਦ ਦੇ। ਠੀਕ ਹੈ ਜੀ। ਦੇਸਾਂ ਵਿਦੇਸਾਂ ਦੇ ਵਿੱਚੋਂ ਫੰਡ ਆਉਂਦਾ ਸੀ ਤੇ ਟੋਕਰੀਆਂ ਦੀਆਂ ਟੋਕਰੀਆਂ ਉੱਥੇ ਫਰੂਟ ਤੇ ਡਰਾਈ ਫਰੂਟ ਆਉਂਦਾ ਸੀ ਤੇ ਦੁੱਧ ਆਉਂਦਾ ਸੀ। ਅੱਛਾ ਜੀ। ਤੇ ਉਸ ਟਾਈਮ ਜਿਹੜੇ ਪੰਥ ਦੇ ਆਗੂ ਬਣੇ, ਜਿਹੜੇ ਕਮਾਂਡ ਕਰਦੇ ਸੀ, ਗਰਮ ਧੜਾ ਜਿਹਨੂੰ ਕਹਿ ਦਈਏ ਜੀ, ਉਹਨਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਭਾਈ ਜਸਵੀਰ ਸਿੰਘ ਜੀ ਰੋਡੇ, ਬਾਪੂ ਜੋਗਿੰਦਰ ਸਿੰਘ ਜੀ, ਫਿਰ ਕੈਪਟਨ ਇਹਨਾਂ ਦਾ ਭਰਾ ਸੀ, ਉਹਨਾਂ ਦਾ ਮੈਨੂੰ ਨਾਂ ਨਹੀਂ ਯਾਦ, ਇੱਕ ਭਾਈ ਕਸ਼ਮੀਰ ਸਿੰਘ ਹੈਡ ਗ੍ਰੰਥੀ ਸੀ, ਇੱਕ ਭਾਈ ਧਿਆਨ ਸਿੰਘ ਮੰਡ ਸੀ, ਹੋਰ ਵੀ ਬਹੁਤ ਸਾਰੇ ਸੀਗੇ। ਤੇ ਉਹਦੇ ਵਿੱਚ ਮੈਂ ਵੇਖਿਆ ਵੀ ਜਿਹੜੇ ਬਹੁਤ ਸਾਰੇ ਜੱਟ ਭਾਈਚਾਰੇ ਦੇ ਜਿਹੜੇ ਖਾੜਕੂਵਾਦ ਵਿੱਚ ਰਹੇ ਜੀ, ਤੇ ਉਹਨਾਂ ਨੇ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਜੇਲ੍ਹ ਦੇ ਵਿੱਚ ਵੀ, ਬਾਹਰੋਂ ਵੀ। ਅੱਛਾ ਜੀ। 10-10 20-20 ਲੱਖ ਰੁਪਈਆ ਦੇ ਕੇ ਪੇਸ਼ ਹੋਏ ਤੇ ਜੇਲ੍ਹ ਵਿੱਚ ਵੀ ਉਹਨਾਂ ਨੇ ਪੈਸੇ ਦਿੱਤੇ ਤੇ ਪੂਰੀ ਫੈਸਿਲਿਟੀ ਉਹਨਾਂ ਦੀ ਆਨੰਦ ਲੈਂਦੇ। ਸਾਡੇ ਤੇ ਵੀ ਭੂਤ ਸਵਾਰ ਸੀ ਵੀ ਅਸੀਂ ਟਕਸਾਲੀ ਹਾਂ ਤੇ ਸਾਡਾ ਖਾਲਿਸਤਾਨ ਹੋਣਾ ਚਾਹੀਦਾ, ਸਾਡਾ ਵੱਖਰਾ। ਜੇਲ੍ਹ ਵਿੱਚ ਜਾ ਕੇ ਮੈਨੂੰ ਸਮਝ ਆਈ ਵੀ ਸਾਡਾ ਉਹ ਖਾਲਿਸਤਾਨ ਦੇ ਵਿੱਚ ਕੀ ਰੋਲ ਹੋਏਗਾ। ਜਦੋਂ ਮੈਂ ਉੱਥੇ ਵੇਖਿਆ ਇੱਕ ਸਤੌਜ ਪਿੰਡ ਤੋਂ ਭੋਲਾ ਸਿੰਘ ਨਾਮ ਦਾ ਖਾੜਕੂ ਸ਼ਹੀਦ ਹੋਇਆ ਸੀ ਤੇ ਉਹਦਾ ਪਰਿਵਾਰ ਸੀ, ਉਹਦੇ ਨਿੱਕੇ ਨਿੱਕੇ 2 ਬੱਚੇ ਸੀ ਜੀ, ਤੇ ਉਹਦੇ ਛੋਟੇ ਭਰਾ ਨੂੰ ਪੁਲਿਸ ਨੇ ਚੁੱਕ ਕੇ ਤੇ ਜੇਲ੍ਹ ਸੁੱਟਿਆ ਸੀ। ਜੇਲ੍ਹ ਸੁੱਟਿਆ ਹੋਇਆ ਸੀ ਤੇ ਉਹਦਾ ਮੈਂ ਜਦੋਂ ਜੀਵਨ ਉੱਥੇ ਵੇਖਿਆ ਵੀ ਉਹਨੂੰ ਜੇ ਤੜਕੇ ਵਾਲੀ ਦਾਲ ਖਾਣੀ ਆ ਨਾ ਤੇ ਪਹਿਲਾਂ ਉਹਨਾਂ ਸਾਰਿਆਂ ਦੀ ਟੋਲੀ ਦੇ ਭਾਂਡੇ ਮਾਂਜਣੇ ਆ, ਜਿਹੜੇ ਮਾਨ ਸਾਹਿਬ ਹੁਣੀ, ਮੰਡ ਹੁਣੀ, ਸਾਰੇ ਜਿਹੜੇ ਨਹੀਂ ਖਾੜਕੂਵਾਦ ਦੇ ਬੰਦੇ। ਅੱਛਾ, ਖਾੜਕੂਵਾਦ। ਹਾਂ, ਮਾਨ ਸਾਹਿਬ ਹੁਣੀ ਤੇ ਵੱਖਰੇ ਸੀ ਬੈਰਕਾਂ 'ਚ। ਅੱਛਾ, ਠੀਕ ਹੈ ਜੀ। ਹਾਂ, ਇਹਨਾਂ ਦੀ ਵੀ ਤੁਹਾਨੂੰ ਦੱਸਦਾ ਮੈਂ ਸਟੋਰੀ। ਠੀਕ ਹੈ ਜੀ। ਤੇ ਉਹ ਜਿਹੜੇ ਪੰਥ ਦੇ ਖਾੜਕੂਵਾਦ ਬਣੇ ਫਿਰਦੇ ਸੀ ਵੀ ਜਿਨ੍ਹਾਂ ਦੇ ਬੜੇ ਮਹਾਨ ਹੈ, ਵੀ ਸਾਰੇ ਮੰਨਦੇ ਸੀ ਉਹਨਾਂ ਨੂੰ। ਤੇ ਉਹਨਾਂ ਦੀ ਦਾਲ ਪਹਿਲਾਂ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਭਾਂਡੇ ਮਾਂਜੂਗਾ ਤੇ ਫਿਰ ਉਹਨੂੰ ਤੜਕੇ ਵਾਲੀ ਦਾਲ ਮਿਲੂਗੀ। ਫਿਰ ਤੇ ਜੇ ਕੱਪੜੇ ਧੋਣੇ ਆ ਉਹਨੇ ਆਪਦੇ ਤੇ ਉਹਨੂੰ ਸਾਬਣ ਤਾਂ ਮਿਲਣਾ ਸਾਰਿਆਂ ਦੇ ਧੋਵੇ। ਅੱਛਾ। 2 ਵਾਰੀ ਉਹਦੇ ਦੂਸਰੀ ਚੂੜਾ ਬਰਾਦਰੀ ਜਿਹਨੂੰ ਕਹਿ ਲਓ, ਮਜਬੀ ਸਿੱਖ ਕਹਿ ਲਓ। ਹਾਂਜੀ। ਫਿਰ ਗੱਲ ਨਾਲ ਉਹਨੂੰ ਚੂੜਿਆ ਕਹਿ ਕੇ ਬੁਲਾਉਣਾ। ਤੇ ਉਹਦੀ ਭਰਜਾਈ ਮੁਲਾਕਾਤ, ਖਾੜਕੂ ਕਹਿੰਦੇ ਸੀ, ਖਾੜਕੂ ਜਿਹੜੇ ਵਿੱਚ ਖਾੜਕੂ ਸੀਗੇ, ਉਹਨਾਂ ਦੇ ਹੁਣ ਸਾਰਿਆਂ ਨੂੰ ਮੈਂ ਜਾਣਦਾ। ਜੇ ਤੁਸੀਂ ਕਹੋਗੇ ਮੈਂ ਤੁਹਾਡਾ ਮੀਡੀਆ ਚੈਨਲ ਨਾਲ ਲਿਜਾ ਕੇ ਵਿਖਾ ਵੀ ਦਊਂਗਾ ਵੀ ਆਹ ਬੰਦੇ ਜੇ, ਤੇ ਉਹਨਾਂ ਸਾਰਿਆਂ ਨੇ ਸਿਰ ਮੂੰਹ ਬਣਾਏ ਨੇ, ਕਲੀਨ ਸ਼ੇਪ ਨੇ, ਕੋਈ ਕਲਾਕਾਰ ਬਣਿਆ, ਕਿਸੇ ਨੇ ਬਿਜ਼ਨਸ ਦੀਆਂ ਦੁਕਾਨਾਂ ਖੋਲੀਆਂ ਨੇ, ਕੋਈ ਨਹੀਂ ਕਿਸੇ ਨੇ ਬੜੇ ਬੜੇ ਫਾਰਮ ਹਾਊਸ ਬਣਾਏ ਹੋਏ ਤੇ ਉਹ ਕਿਸੇ ਟਾਈਮ ਖਾਲਿਸਤਾਨੀ ਹੁੰਦੇ ਸੀ, ਕਿਸੇ ਟਾਈਮ ਬੜੇ ਚੋਟੀ ਦੇ ਹੁੰਦੇ ਸੀਗੇ। ਤੇ ਅੱਜ ਉਹਨਾਂ ਦੇ ਸਾਰਿਆਂ ਦੇ ਮੈਂ ਜਾਣਦਾ, ਮਤਲਬ ਉਹ ਕਿਰਦਾਰ ਜਿਹੜੇ ਸੀ ਪਹਿਲਾਂ ਸੀ ਬਾਣੇ ਵਾਲੇ, ਉਹ ਅੱਜ ਪ੍ਰਗਟ ਹੋ ਰਹੇ ਨੇ, ਅੱਜ ਪ੍ਰਗਟ ਹੋ ਰਹੇ ਨੇ। ਤੇ ਜੇਲ੍ਹ ਦੇ ਵਿੱਚ ਵੀ ਉਹ ਇਸ ਤਰੀਕੇ ਦਾ ਘਟੀਆਪਨ ਦਿਖਾਉਂਦੇ ਸੀ ਉਹ। ਜੀ ਜੀ। ਤੇ ਉਹਨਾਂ ਨੇ ਜਦੋਂ ਕੀ ਕੀਤਾ ਵੀ ਉਹ ਮੁੰਡੇ ਦੀ ਭਾਈ ਭੋਲਾ ਸਿੰਘ ਖਾੜਕੂ ਦੀ ਘਰ ਵਾਲੀ ਮੁੰਡੇ ਦੀ ਭਰਜਾਈ ਮੁਲਾਕਾਤ ਕਰਨ ਵਾਸਤੇ ਆਈ ਤੇ ਉਹਨੂੰ ਨਾ ਮਤਲਬ ਟੀਚਰਾਂ ਕਰ ਕਰਕੇ ਗੱਲਾਂ ਕਰਨ। ਭਾਬੀ ਆਈ ਸੀ, ਫਿਰ ਕੀ ਕਹਿ ਗਈ ਤੇ ਮੁੜ ਕੇ ਉਹ ਵਿਚਾਰਾ ਬੜਾ ਹੀ ਮਤਲਬ ਮਾਯੂਸ ਪਈ। ਮੁੜ ਕੇ ਕਿਸੇ ਦੀ ਧੀ ਭੈਣ ਬਾਰੇ ਕਮੈਂਟ ਤੇ ਕਰਦੇ ਸੀ, ਜਿਹੜੀ ਉਹ ਸਮੱਸਿਆ ਉਹਦੀ ਵਿਚਾਰੀ ਸੁਣ ਕੇ ਆਇਆ ਸੀਗਾ, ਉਸ ਤੋਂ ਦੁਖੀ ਸੀਗਾ। ਤੇ ਉਹਨੇ ਦੱਸਿਆ ਕਿ ਵੀ ਮੈਂ ਦੁਖੀ ਆ, ਬੱਚਿਆਂ ਦਾ ਰੋਟੀ ਪਾਣੀ, ਦਵਾਈ ਬੂਟੀ, ਤੇ ਛੱਤ ਜਿਹੜੀ ਆ ਉਹ ਪੁਰਾਣੀ ਸੀਗੀ, ਉਹ ਡਿੱਗ ਪਈ ਆ। ਤੇ ਉਹਨੂੰ ਪੁੱਛਿਆ ਕੀ, ਉਹਨੇ ਦੱਸਿਆ, ਉਹਨੂੰ ਕਹਿਣ ਲੱਗਾ, ਕਹਿੰਦਾ ਵੀ ਭਾਬੀ ਕੀ ਕਹਿੰਦੀ ਸੀ ਭਾਬੀ ਟੀਚਰਾਂ ਕਰਨ ਉਹਨੂੰ। ਉਹ ਕਹਿੰਦਾ ਯਾਰ ਬਹੁਤ ਬੁਰੇ ਹਾਲਾਤ ਆ ਤੇ ਛੱਤ ਡਿੱਗ ਪਈ ਆ ਤੇ ਉਹ ਰੜੇ ਮੈਦਾਨ ਹੀ ਬੈਠੀ ਆ ਤੇ ਜਵਾਕ ਜਿਹੜੇ ਨੇ ਉਹ ਵਿਚਾਰੇ ਭੁੱਖੇ ਮਰਨ ਦੇ ਨੇ ਤੇ ਰੋਟੀ ਪਾਣੀ ਦਾ ਬੜੀ ਤੰਗੀ ਆ ਤੇ ਕੁਛ ਵੀ ਹਾਲਾਤ ਠੀਕ ਨਹੀਂ। ਤੇ ਉਹ ਬੰਦੇ ਨੇ ਅੱਗੋਂ ਪਤਾ ਕੀ ਆਖਿਆ, ਕਹਿੰਦਾ ਯਾਰ ਮੈਂ ਤੈਨੂੰ ਕਿਹਾ ਤਾਂ ਸੀ, ਮੈਂ ਬਾਪੂ ਨਾਲ ਗੱਲ ਕੀਤੀ ਆ, ਤੂੰ ਹੁਣ ਭਾਬੀ ਨੂੰ ਕਹਿਣਾ ਸਾਡਾ ਗੋਹਾ ਸੁੱਟ ਲੈ, ਤੇ ਨਾਲੇ ਕਹਿੰਦਾ ਬੱਚੇ ਸੌਖੇ ਪਲ ਜਾਣਗੇ, ਨਾਲੇ ਵਧੀਆ ਨਜ਼ਾਰੇ ਲਊਗੀ। ਮੈਨੂੰ ਉਦੋਂ ਨਾ ਇਹਨਾਂ ਤੋਂ ਲੋਕਾਂ ਤੋਂ ਨਫ਼ਰਤ ਹੋ ਗਈ। ਨਾਲੇ ਉਹ ਸ਼ਹੀਦ ਦੀ ਵਾਈਫ ਇਹਨਾਂ ਦੇ ਤੇ ਐਕਸੀਡੈਂਟ ਵਾਲੇ ਵੀ ਸ਼ਹੀਦ ਹੋ ਜਾਂਦੇ ਆ ਪੰਥ ਦੇ, ਜਿਹੜੇ ਸ਼ਰਾਬਾਂ ਪੀ ਕੇ ਨਿਕਲਦੇ ਆ,
ਹਾਂਜੀ ਤੇ ਵੈਲੈਂਡੇ ਮਨਾ ਕੇ ਨਿਕਲਦੇ, ਉਹ ਪੰਥ ਦੇ ਸ਼ਹੀਦ ਬਣ ਜਾਂਦੇ ਆ। ਤੇ ਇੱਕ ਉਹ ਜਿਹੜਾ ਨਾਲੇ ਉਹਨੇ ਨੇ ਜਿਹੜਾ ਬੰਦਾ ਉਹ ਸ਼ਹੀਦ ਹੋਇਆ ਸੀ ਨਾ, ਉਹਨੇ 6 ਖਾੜਕੂ ਬਚਾਏ ਸੀ। ਉਹਨੇ ਕੀਤਾ ਕਿ ਵੀ ਮੈਂ ਕਵਰੇਜ ਦੇਣਾ ਤੇ ਤੁਸੀਂ ਨਿਕਲ ਜਾਓ। ਅੱਛਾ, ਜਿਹੜੇ ਉਹ ਮੁੰਡੇ ਜੇਲ੍ਹ 'ਚ ਬੈਠੇ ਸੀ ਨਾ, ਉਹ ਬੰਦੇ ਨੇ ਕੁਰਬਾਨੀ ਦੇ ਕੇ ਬਚਾਏ ਸੀ। ਆਪ ਦੀ ਜਾਨ ਹਾਂ ਵੀ ਮੈਂ ਰੋਕਦਾ ਪੁਲਿਸ ਨੂੰ ਤੇ ਤੁਸੀਂ ਨਿਕਲ ਜਾਓ। ਉਹਦੀ ਪਤਨੀ ਬਾਰੇ ਇਹ ਸ਼ਬਦ ਸੋਚਦੇ ਸੀ। ਤੇ ਮੈਨੂੰ ਉੱਥੋਂ ਮੇਰਾ ਮਨ ਟੁੱਟਦਾ ਗਿਆ। ਮੈਂ ਕਿਹਾ ਵੀ ਇਹ ਯਾਰ ਜੇ ਖਾਲਿਸਤਾਨ ਬਣ ਗਿਆ ਤੇ ਸਾਡੀ ਕੌਮ ਨਾਲ ਕੀ ਬਣੂਗਾ, ਸਾਡੀ ਕੌਮ ਦੇ ਹਾਲਾਤ ਕਿੱਦਾਂ ਦੇ ਹੋਣਗੇ। ਇਹ ਚੀਜ਼ਾਂ ਜਦੋਂ ਮੈਂ ਵੇਖੀਆਂ ਤੇ ਪੀੜਾ ਹੁੰਦੀ ਗਈ। ਫਿਰ ਕੀ ਹੋਇਆ ਕਿ ਮੈਨੂੰ ਜੇਲ੍ਹ 'ਚੋਂ ਕੱਢਿਆ ਇਸ ਕਰਕੇ ਗਿਆ ਵੀ ਜਿਹੜੇ ਇਹ ਮਹਾਂਪੁਰਸ਼ ਉੱਥੇ ਰਹਿੰਦੇ ਸੀ ਨਾ, ਇਹਨਾਂ ਨੇ ਜਿਹੜੀ ਉਹ ਚੱਕੀ ਸੀ ਨਾ, ਉਹ ਚੱਕੀ 'ਚੋਂ ਮੈਨੂੰ ਬਾਹਰ ਇਸ ਕਰਕੇ ਕੱਢਿਆ ਗਿਆ ਵੀ ਮੈਂ ਚੋਲੇ ਕਸ਼ਹਿਰੇ ਬਣਾਉਂਦਾ ਸੀ ਵਧੀਆ। ਤੇ ਇਹਨਾਂ ਨੂੰ ਪਤਾ ਸੀ ਵੀ ਉਹ ਛੋਟੂ ਕਹਿੰਦੇ ਸੀ ਮੈਨੂੰ ਵੀ ਛੋਟੂ ਆਇਆ, ਤੇ ਇਹਨਾਂ ਨੇ ਜੇਲ੍ਹ 'ਚੋਂ ਉਹ ਚੱਕੀ 'ਚੋਂ ਕਢਾ ਲਿਆ ਮੈਨੂੰ। ਤੇ ਫਿਰ ਮੈਂ ਸਾਰਾ ਦਿਨ ਇਹਨਾਂ ਦੇ ਕੋਲ ਕਢਾਇਆ। ਕਿੰਨਾ ਨੇ ਤੁਹਾਨੂੰ? ਸਰਦਾਰ ਜਸਵੀਰ ਸਿੰਘ ਜੀ ਰੋਡੇ ਹੁਣੀ, ਅੱਛਾ, ਤੇ ਆ ਭਾਈ ਸਾਰੇ ਸੀ ਜਥਾ ਹੀ ਸਾਰਾ, ਠੀਕ ਹੈ ਜੀ। ਵੀ ਇਹ ਉੱਥੇ ਰਹਿੰਦੇ ਸੀ। ਇਹਨਾਂ ਦੇ ਕੋਲ ਥਾਣਾ ਦੇ ਥਾਨ ਕੱਪੜੇ ਆਉਂਦਾ, ਉਹ ਆਉਂਦਾ ਸਾਰੀ ਜੇਲ੍ਹ ਵਾਸਤੇ ਸੀ, ਖਾੜਕੂਵਾਦ ਵਾਸਤੇ, ਜਿਹੜੇ ਮਤਲਬ ਕੋਈ ਵੀ ਹੋਵੇ ਉੱਥੇ, ਕੋਈ ਵੀ ਜਿਹੜੇ ਖਾੜਕੂਵਾਦ 'ਚ ਸੀ, ਪਰ ਮਿਲਦਾ ਕਿਸੇ ਨੂੰ ਨਹੀਂ ਸੀ। ਸਭ ਕੁਝ ਇਹਨਾਂ ਨੂੰ ਹਜਮ ਹੁੰਦਾ ਸੀਗਾ। ਤੇ ਅਸੀਂ ਉੱਥੇ ਮੈਂ ਵੇਖਦਾ ਰਿਹਾ ਤੋਂ ਮੇਰਾ ਦਿਲ ਟੁੱਟਾ, ਮਨ ਖਰਾਬ ਹੋਇਆ ਵੀ ਜਦੋਂ ਅਸੀਂ ਡੀਕਦੇ ਸੀ ਮੁਲਾਕਾਤ ਵੀ ਸਾਡੇ ਘਰੋਂ ਮੁਲਾਕਾਤ ਆਵੇ। ਆ ਮੇਰੇ ਦਾੜਾ ਨਾ ਜਿਹੜਾ ਉੱਥੇ ਝੜ ਗਿਆ ਸਾਰਾ, ਵਧੀਆ ਦਾੜਾ ਸੀ ਇਹਨਾਂ ਵਾਂਗੂ। ਤੇ ਉੱਥੇ ਲੂਣ ਵਾਲਾ ਪਾਣੀ ਵਰਤਣਾ, ਲੂਣ ਵਾਲਾ ਸਾਰਾ ਕੁਝ ਖਾਣਾ, ਸਾਬਣ 'ਚ ਵੀ ਲੂਣ ਹੁੰਦਾ ਸੀਗਾ। ਤੇ ਵੇਖਣਾ ਵੀ ਯਾਰ ਘਰੋਂ ਆਵੇ ਸਾਬਣ ਤੇਲ ਤੇ ਦਾੜੀ ਨੂੰ ਚੀਜ਼ ਮਿਲ ਜੇ। ਤੇ ਅਸੀਂ ਇਹ ਸੋਚਣਾ ਵੀ ਜਦੋਂ ਘਰੋਂ ਆਵੇਗਾ ਤਾਂ ਕੁਛ ਨਾ ਕੁਛ ਮਿਲੇਗਾ। ਤੇ ਇਹਨਾਂ ਨੇ ਸੋਚਣਾ ਵੀ ਘਰੋਂ ਆਵੇਗਾ ਤੇ ਫਿਰ ਇਹਨਾਂ ਨੂੰ ਦੇਵਾਂਗੇ। ਹੁਣ ਇਹ ਵੇਖ ਲਓ ਵੀ ਸਾਡੀ ਮੁਲਾਕਾਤ ਜਿਹੜੀ ਹੁੰਦੀ ਸੀ ਮਿੰਟ 2 ਮਿੰਟ ਵਾਸਤੇ ਹੁੰਦੀ ਸੀ, ਉਹ ਵੀ ਜੰਗਲੇ 'ਚ। ਜੰਗਲੇ 'ਚ ਇੰਨਾ ਸ਼ੋਰ ਸ਼ਰਾਬਾ ਹੁੰਦਾ ਸੀ ਵੀ ਗੱਲ ਵੀ ਨਾ ਹੋਵੇ। ਗੱਲ ਕਿਉਂਕਿ 2-2 300 ਦੀ ਇਕੱਠੇ ਦੀ ਹੁੰਦੀ ਸੀ ਮੁਲਾਕਾਤ, ਚਾਹ ਹੁੰਦੀ ਪਈ ਹੁੰਦੀ ਸੀ। ਤੇ ਇਹਨਾਂ ਦੀ ਮੁਲਾਕਾਤ ਹੁੰਦੀ ਸੀ ਡੇੜੀ 'ਚ, ਜਿੱਥੇ ਦਰਵਾਜ਼ਾ ਲੰਘ ਕੇ ਅੰਦਰ ਲੰਘ ਕੇ ਇਹਨਾਂ ਦਾ ਪਰਿਵਾਰ ਆਉਂਦਾ ਸੀਗਾ। ਤੇ ਉਹ ਫਿਰ ਜੇਲ੍ਹ ਦੇ ਵਿੱਚੋਂ ਭਰ ਬੈਗ ਲੈ ਕੇ ਜਾਂਦਾ ਸੀ। ਜਿਹੜਾ ਜੇਲ੍ਹ ਦੇ ਅੰਦਰ ਰਾਸ਼ਨ ਨਹੀਂ, ਜਿਹੜੇ ਪੈਸੇ ਆਉਂਦੇ ਸੀ, ਫੰਡ ਆਉਂਦਾ ਸੀ ਇਹਨਾਂ ਦੇ ਪਰਿਵਾਰ ਲੈ ਕੇ ਜਾਂਦੇ ਸੀ, ਭਰ ਕੇ ਝੋਲੇ ਖੜਦੇ। ਤੇ ਮੈਂ ਜਦੋਂ ਉਹਨਾਂ ਨੂੰ ਕਈ ਵਾਰੀ ਕਹਿਣਾ ਵੀ ਸਿੰਘ ਸਾਹਿਬ ਜੀ ਆ ਜਿਹੜਾ ਫਰੂਟ ਗਲ ਜਾਂਦਾ ਸੜ ਜਾਂਦਾ ਤੇ ਤੁਸੀਂ ਇਹ ਸੁੱਟ ਦਿੰਦੇ ਜੇ ਕਚਰੇ ਡੱਬੇ 'ਚ। ਵੰਡਦੇ ਨਹੀਂ ਸੀ ਨਾ, ਦੁੱਧ ਮਤਲਬ ਗਲ ਜਾਂਦਾ ਸੜ ਜਾਂਦਾ ਸੀ, ਕਿਸੇ ਦੇ ਢਿੱਡ 'ਚ ਨਹੀਂ ਜਾਣਾ ਨਾ। ਤੇ ਮੈਂ ਇਹਨੂੰ ਕਹਿਣਾ ਜੀ ਤੁਸੀਂ ਕਿਹਨੂੰ ਕਹਿੰਦੇ ਤੁਸੀਂ? ਰੋਡੇ ਸਾਹਿਬ ਨਹੀਂ, ਸਾਰਿਆਂ ਸਾਰੇ ਜਿਹੜਾ ਵੀ ਜੱਥਾ ਸੀ ਕਿਹਦਾ ਵੀ ਨਾਂ ਲਈਏ। ਹਾਂਜੀ। ਤੇ ਮੈਂ ਕਹਿਣਾ ਬਾਬਾ, ਮੈਂ ਬੱਚਾ ਸੀਗਾ, ਮੈਂ ਕਹਿਣਾ ਬਾਬਾ ਜੀ ਆ ਵੰਡਦਾ ਕਰੀਏ ਨਾ। ਉਹਨੂੰ ਕਹਿੰਦਾ ਤੂੰ ਛਕ ਛੋਟੂ ਜਿੰਨਾ ਛਕਣਾ, ਦੂਜਿਆਂ ਦਾ ਨਾ ਫਿਕਰ ਕਰ। ਪਰ ਮੈਨੂੰ ਇੰਨੀ ਪੀੜਾ ਹੁੰਦੀ ਸੀ ਵੀ ਮੈਂ ਛਕਦਾ ਨਹੀਂ ਸੀ ਹੁੰਦਾ, ਨਾ ਮੈਂ ਦੁੱਧ ਪੀਂਦਾ ਹੁੰਦਾ ਸੀ। ਮੈਂ ਆਪਦਾ ਕਿਹੜੇ ਮੂੰਹ ਨਾਲ ਛਕੇ ਫਿਰ? ਹਾਂ, ਮੈਨੂੰ ਕਹਿੰਦਾ ਵੀ ਯਾਰ ਮੈਂ ਤੇ ਪਤਾ ਕੀ ਸੀਗਾ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਤੇ ਅਸੀਂ ਭਾਵਨਾ ਲੈ ਕੇ ਵਿੱਚ ਜਾਨ ਆਪਦੀ ਠੋਕ ਦਿੱਤੀ ਸੀ ਵੀ ਅਸੀਂ ਮਰਾਂਗੇ, ਲੜਾਂਗੇ, ਆਪਣੇ ਹੱਕ ਲਵਾਂਗੇ, ਸਾਡਾ ਆਪ ਦਾ ਖਾਲਿਸਤਾਨ ਦੇਸ਼ ਹੋਏਗਾ ਤੇ ਸਾਡੀ ਆਜ਼ਾਦੀ ਹੋਏਗੀ। ਜਦੋਂ ਮੈਂ ਵੇਖਿਆ ਵੀ ਦੇਸ਼ ਸਾਡਾ ਨਹੀਂ ਹੋਏਗਾ, ਦੇਸ਼ ਤੇ ਇਹਨਾਂ ਦਾ ਹੋਏਗਾ। ਵੀ ਆ ਜੇਲ੍ਹ ਦੇ ਵਿੱਚ ਜਿਹੜੇ ਗਰੀਬ ਗੁਰਸਿੱਖਾਂ ਦੇ ਖਾਲਿਸਤਾਨ ਬਣਾਉਣ ਵਾਲੇ ਦੇ ਉੱਥੇ ਬੈਠੇ। ਹਾਂ, ਤੇ ਇਹ ਤੇ ਆਪਦੇ ਘਰ ਪਰਨਗੇ। ਤੇ ਜਿਹੜੇ ਮੁੰਡੇ ਮਰਨ ਡਏ ਉਹਨਾਂ ਦੇ ਘਰਾਂ 'ਚ ਅੱਜ ਵੀ ਘਾਹ ਉੱਗੇ ਨੇ ਤੇ ਖੰਡਰ ਬਣੇ ਪਏ ਨੇ। ਤੇ ਮਨ ਟੁੱਟਦਾ ਗਿਆ। ਤੇ ਮੈਂ ਉੱਥੇ ਸਾਰਾ ਦਿਨ ਇਹਨਾਂ ਦੇ ਚੋਲੇ ਸੀ ਦੇਣੇ, ਪਰ ਮੈਂ ਰੋਟੀ ਪਾਣੀ ਆਪਦਾ ਉਹੀ ਜਿਹੜਾ ਮੈਨੂੰ ਮਿਲਦਾ ਸੀ ਜੋ ਜੇਲ੍ਹ ਵਾਲਾ ਹੀ, ਉਹੀ ਪੰਗਲ ਜਾਂ ਚਾਹ ਪੀਣੀ, ਉਹੀ ਸਾਰਾ ਕੁਝ ਕਰਨਾ। ਇਹਨਾਂ ਨੇ ਕਹਿਣਾ ਵੀ ਇੱਥੋਂ ਛਕ ਲਾ, ਮੈਂ ਨਹੀਂ ਜੀ ਮੈਨੂੰ ਨਹੀਂ ਛਕਣਾ। ਤੇ ਅਸੀਂ ਉੱਥੇ ਛਕਦੇ ਰਹੇ। ਮੁੜ ਕੇ ਜੇਲ੍ਹ 'ਚ ਚਲੋ ਜ਼ਮਾਨਤ ਹੋ ਗਈ, ਸਾਡੀ ਜ਼ਮਾਨਤ ਹੋ ਗਈ। ਤੇ ਉਦੋਂ ਬਾਅਦ ਸਰਦਾਰ ਬੂਟਾ ਸਿੰਘ ਜੀ ਮੈਨੂੰ ਦਿੱਲੀ ਲੈ ਗਏ। ਉੱਥੇ ਮੈਂ 1 ਸਾਲ ਸਹਿਜ ਪਾਠ ਕਰਦਾ ਰਿਹਾ, ਕਿਉਂਕਿ ਉਦੋਂ ਮਾਹੌਲ ਗੰਦਾ ਸੀਗਾ। ਉਹ ਕਹਿੰਦੇ ਸੀ ਫੇਰ ਨਾ ਚੁੱਕ ਲੈਣ। ਤੇ ਸਾਡਾ ਜੀਵਨ ਜਿਹੜਾ ਸੀ, ਉਹਨਾਂ ਦੇ ਕੋਲੋਂ ਮੈਂ ਇਤਿਹਾਸ ਸੁਣਨਾ, ਉਹਨਾਂ ਮੈਨੂੰ ਕਿਤਾਬਾਂ ਬੜੀਆਂ ਦਿੱਤੀਆਂ। ਬੂਟਾ ਸਿੰਘ ਨੇ, ਸਰਦਾਰ ਬੂਟਾ ਸਿੰਘ ਨੇ। ਤੇ ਉਹਨਾਂ ਦੇ ਕੋਲ ਮੈਂ ਜਦੋਂ ਬੈਠਣਾ, ਉਹਨਾਂ ਨੇ ਨਾ ਇੱਕ ਹਾਲ ਸੀ ਲੰਬਾ ਸਾਰਾ। ਤੇ ਉੱਥੇ ਉਹਨਾਂ ਨੇ, ਵੈਸੇ ਉਹਨਾਂ ਦੀ ਕੋਠੀ 'ਚ ਪ੍ਰਕਾਸ਼ ਹੁੰਦਾ ਹੈ, ਉੱਥੇ ਉਹਨਾਂ ਨੇ ਮੈਨੂੰ ਦੇਤੀਆਂ ਪੋਥੀਆਂ, ਕਹਿੰਦੇ ਸਹਿਜ ਪਾਠ ਕਰੀ ਜਾਇਆ ਕਰ। ਮੈਂ ਮਹੀਨੇ 'ਚ 2 ਸਹਿਜ ਪਾਠ ਕਰਿਆ ਕਰਨੇ। 4-5 ਵਾਰੀ ਤਰੀਕ ਹੁੰਦੀ ਸੀ, ਉਹਨਾਂ ਨੇ ਮੈਨੂੰ ਪੈਸੇ ਦੇਣੇ ਤਰੀਕ ਭੁਗਤਣ ਵਾਸਤੇ, ਮੈਂ ਆਉਣਾ। ਉਹਨਾਂ ਨੇ ਇਤਿਹਾਸ, ਮੈਂ ਉਹਨਾਂ ਦੇ ਕੋਲ ਜ਼ਿਕਰ ਕਰਨਾ ਵੀ ਜੇਲ੍ਹ 'ਚ ਮੈਂ ਆਹ ਕੁਝ ਵੇਖਿਆ, ਜੇਲ੍ਹ 'ਚ ਮੈਂ ਆਹ ਕੁਝ ਮੈਨੂੰ ਕਹਿੰਦਾ ਤੂੰ ਪੁੱਤਰ ਹੁਣ ਵੇਖਿਆ ਤੁਹਾਡੇ ਵਡੇਰਿਆਂ ਨਾਲ ਵੀ ਇਦਾਂ ਹੀ ਕਰਦੇ ਆਏ ਆ। ਬਾਬਾ ਵੀਰ ਸਿੰਘ ਨੂੰ ਅਕਾਲ ਤਖ਼ਤ ਤੇ ਬੁਲਾ ਕੇ ਇਹਨਾਂ ਨੇ ਧੋਖੇ ਨਾਲ ਸ਼ਹੀਦ ਕੀਤਾ। ਬਾਬਾ ਜੀਵਨ ਸਿੰਘ ਦੇ ਇਤਿਹਾਸ ਨੂੰ ਰੋਲਿਆ। ਤੇ ਇਸ ਤਰ੍ਹਾਂ ਕਰਕੇ ਮੈਂ ਜਦੋਂ ਸੁਣਿਆ, ਮੇਰਾ ਇੰਟਰਸਟ ਵੱਧ ਗਿਆ ਉੱਧਰ ਨੂੰ। ਉਹਨਾਂ ਫਿਰ ਮੈਨੂੰ ਕਿਤਾਬਾਂ ਬਹੁਤ ਸਾਰੀਆਂ ਦਿੱਤੀਆਂ ਤੇ ਮੈਂ ਉਹ ਕਿਤਾਬਾਂ ਪੜ੍ਹਨ 'ਚ ਲੱਗ ਗਿਆ। ਤੇ ਸਾਡੀ ਜ਼ਮੀਨ ਸੀਗੀ ਉੱਥੇ, ਉਹ ਵਿਕ ਗਈ, ਘਰ-ਬਾਰ ਬੂਹਾ ਸਭ ਕੁਝ ਵਿਕ ਗਿਆ। ਸਿਰਫ ਕੇਸ ਵਗੈਰਾ ਹੀ ਕੇਸਾਂ 'ਚ ਹੀ ਬਰਬਾਦ ਹੋ ਗਿਆ ਸਾਰਾ ਕੁਝ। ਮੁੜ ਕੇ ਕੀ ਹੋਇਆ ਭਈ,
10 ਲੱਖ ਰੁਪਈਆ ਸਾਡੇ ਸਿਰ ਕਰਜ਼ਾ ਕਰਜ਼ਾ ਸੀ। ਚੜ ਗਿਆ। ਇੱਕ ਜੱਟ ਹੈਗਾ ਇਹ ਗੋਨਿਆਂ ਵਾਲੀ ਮੰਡੀ ਦਾ, ਠੀਕ ਹੈ ਜੀ। ਉਹ ਮੇਰੇ ਪਿਤਾ ਜੀ ਦਾ ਰੰਗਰੂਟ ਸੀ ਜੀ। ਵੇਖੋ ਹੁਣ ਮੇਰਾ ਜੱਟਾਂ ਨਾਲ ਕੋਈ ਵੈਰ ਨਹੀਂ, ਜੱਟ ਭਾਈਚਾਰੇ ਨਾਲ ਮੇਰੀ ਸਾਂਝ ਬੜੀ ਆ, ਤੇ ਇਹ ਮੇਰੇ ਨਾਲ ਅੱਜ ਵੀ ਖੜਦੇ ਆ। ਮੇਰਾ ਜੱਟਵਾਦ ਨਾਲ ਜਿਸ ਤਰ੍ਹਾਂ ਬਾਹਮਣਵਾਦ ਨਾਲ ਸੀ ਨਾ, ਇਦਾਂ ਆਹ ਜੱਟ ਜਿਹੜਾ ਜੱਟਵਾ ਤੁਸੀਂ ਜੇਲ੍ਹ 'ਚ ਵੇਖ ਲਿਆ। ਦੇਖ ਲਿਆ, ਮੈਂ ਬਾਹਰ ਵੀ ਵੇਖਦਾ ਹੈ, ਕੱਲੀ ਜੇਲ੍ਹ 'ਚ ਨਹੀਂ, ਬਾਹਰ ਵੀ ਵੇਖਦਾ। ਜੀ ਜੀ ਜੀ। ਤੇ ਉਸ ਜੱਟ ਦੇ ਪੁੱਤ ਨੇ ਮੇਰੇ ਪਿਤਾ ਦੇ ਨਾਲ ਪੱਗ ਵਟਾਈ ਸੀ, ਤੇ ਇਕੱਠੇ ਰੰਗਰੂਟ ਭਰਤੀ ਹੋਏ ਸੀ। ਠੀਕ ਹੈ ਜੀ। ਤੇ ਕੌਡੀ ਕੂੜੀ ਖੇਡਦੇ ਹੁੰਦੇ ਸੀ ਜਵਾਨੀ ਵੇਲੇ, ਤੇ ਉਹ ਰਿਟਾਇਰਮੈਂਟ ਆਇਆ ਸੀ, ਮੇਰੇ ਪਿਤਾ ਰਿਜ਼ਾਈਨ ਦੇ ਕੇ ਆਏ ਸੀ। ਤੇ ਇਹ ਉੱਥੇ ਕਚਹਿਰੀਆਂ ਦੇ ਵਿੱਚ ਮੇਰਾ ਡੈਡੀ ਪਿਤਾ ਜੀ ਰੋਂਦਾ ਉਹਨੂੰ ਦਿਸ ਗਿਆ। ਉਹ ਕੋਲ ਆਇਆ, ਮੇਰੇ ਪਿਤਾ ਜੀ ਨੇ ਨਹੀਂ ਸਿਆਣਿਆ, ਉਹਨੇ ਸਿਆਣ ਲਿਆ। ਉਹ ਮੁੜ ਕੇ ਕਹਿਣ ਲੱਗਾ ਵੀ ਤੂੰ ਮੈਨੂੰ ਸਿਆਣਿਆ ਨਹੀਂ ਸੁੱਚਾ ਸਿੰਘ। ਮੈਂ ਦੱਸਿਆ ਤਾਂ ਜੱਫੀ ਪਾ ਕੇ ਮਿਲੇ, ਦੱਸਿਆ ਵੀ ਆ ਮੇਰਾ ਤਾਂ ਸਭ ਕੁਝ ਬਰਬਾਦ ਹੋ ਗਿਆ, 2 ਪੁੱਤਰ ਸੀ, ਦੋਵੇਂ ਜੇਲ੍ਹ 'ਚ ਆ। ਉਹਨੇ ਫਿਰ ਉੱਥੇ ਜੇਲ੍ਹ 'ਚ ਇਹਨੂੰ ਕਿਹਾ ਵੀ, ਕਹਿਣ ਲੱਗਾ ਵੀ ਮੈਂ ਜੱਟ ਦਾ ਪੁੱਤ ਨਾ ਕਵੀਂ, ਜੇ ਤੇਰਾ ਪੁੱਤਰ ਮੈਂ ਬਾਹਰ ਨਾ ਲਿਆਉਂਦਾ, ਤੇ ਜਿੰਨਾ ਚਿਰ ਬਾਹਰ ਨਹੀਂ ਲਿਆਉਂਦਾ ਮੈਂ ਚੈਨ ਨਾਲ ਨਹੀਂ ਬੈਠਾਂਗਾ। ਉਹ ਬਲੈਕੀਏ ਸੀ ਬੜੇ ਤਗੜੇ, ਹੁਣ ਯੂਪੀ ਚਲੇ ਗਏ, ਉਧਰ ਜ਼ਮੀਨ ਜਮੂਨ ਬੜੀ ਤਗੜੀ ਉਹਨਾਂ ਦੀ। ਠੀਕ ਹੈ ਜੀ। ਉਹਨਾਂ ਦੇ ਘਰੇ ਵੇਖ ਲਓ ਵੀ ਜਦੋਂ ਇਹ ਲੀਡਰ ਲੂਡਰ ਨਾਲ ਲੈ ਕੇ ਭੱਜੇ ਫਿਰਦੇ ਰਹੇ ਸਾਨੂੰ ਛਡਾਉਣ ਵਾਸਤੇ, ਠੀਕ ਹੈ ਜੀ। ਤੇ ਮੁਰਗੇ ਹੋਰ ਵੀ ਖਾਣਾ ਦਾਣਾ ਉਹਨਾਂ ਦੇ ਪੱਲੇ ਚੱਲਦਾ ਰਿਹਾ, ਗੱਡੀਆਂ ਦਾ ਤੇਲ ਪਾਣੀ ਵੀ ਉਹਨਾਂ ਦੇ ਪੱਲੇ ਚੱਲਦਾ ਰਿਹਾ, ਤੇ ਉਹਨਾਂ ਦਾ 10 ਲੱਖ ਰੁਪਈਆ ਖਰਚ ਹੋ ਗਿਆ ਸੀ ਤੁਹਾਨੂੰ ਛਡਾਉਣ 'ਚ। ਸਾਨੂੰ ਛਡਾਉਣ 'ਚ। ਤੇ ਜਦੋਂ ਸਾਡੀ ਜ਼ਮਾਨਤ ਕਰਾਈ ਨਾ, ਤੇ ਉਹਨੇ ਮੈਨੂੰ ਫੜ ਕੇ ਮੇਰੇ ਪਿਤਾ ਦੇ ਅੱਗੇ ਲਾਤਾ, ਤੇ ਜਿੱਦਣ ਰਾਤ ਨੂੰ ਜ਼ਮਾਨਤ ਹੁੰਦੀ ਆ, ਤੇ ਉਹ ਬੰਦਾ ਕਹਿੰਦਾ ਵੀ ਆਪਾਂ ਅੱਜ ਰਾਤ ਨੂੰ ਇਹਨਾਂ ਨੂੰ ਨਾ ਕਢਾਈਏ, ਕਿਉਂਕਿ ਫਿਰ ਪੁਲਿਸ ਨੇ ਚੁੱਕ ਲਿਆ ਤੇ ਫਿਰ ਪੰਗਾ ਪੈ ਜਾਊਗਾ। ਰਾਤ ਕਿਹਨੂੰ ਕਵਾਂਗੇ ਆਪਾਂ? ਕਿਹਨੂੰ ਕਵਾਂਗੇ? ਤੇ ਆਪਾਂ ਦਿਨੇ ਮੀਡੀਆ ਦੇ ਰਾਹੀਂ ਇਹਨਾਂ ਨੂੰ ਲੈ ਕੇ ਜਾਵਾਂਗੇ। ਤੇ ਮੇਰੇ ਪਿਤਾ ਜੀ ਲਾਗੇ ਨਾ, ਬਠਿੰਡੇ ਦੇ ਲਾਗੇ ਗਹਿਰੀ ਪਿੰਡ ਆ। ਠੀਕ ਹੈ ਜੀ। ਅਸੀਂ ਦੋਵੇਂ ਭਰਾ ਇੱਕੋ ਘਰ 'ਚ ਵਿਆਹੇ ਆ, ਮੇਰੇ ਸਾਲੇ ਦੀ ਕੁੜੀ ਮੇਰੇ ਛੋਟੇ ਭਰਾ ਨਾਲ। ਠੀਕ ਹੈ ਜੀ। ਮੇਰੇ ਪਿਤਾ ਜੀ ਕਹਿਣ ਲੱਗੇ ਵੀ ਆਪਾਂ ਇੱਥੇ ਲਾਗੇ ਹੀ ਮੁੰਡਿਆਂ ਦੇ ਸਹੁਰੇ ਆ, ਨਾਲੇ ਉਹਨਾਂ ਨੂੰ ਖੁਸ਼ਖਬਰੀ ਦੇ ਦਈਏ ਕਿ ਬਈ ਤੁਹਾਡੇ ਮੁੰਡੇ ਛੁੱਟ ਗਏ ਆ। ਹਾਂਜੀ ਹਾਂਜੀ। ਤੇ ਰਾਤ ਨੂੰ ਇਹ 11 ਵਜੇ, ਨਾਲੇ ਕਹਿੰਦੇ ਉੱਥੇ ਲੰਗਰ ਛਕ ਲਾਂਗੇ। ਉਹ ਕਹਿੰਦਾ ਵੀ ਨਹੀਂ ਮਹਿੰਦਰ ਸਿੰਘ, ਆਪਾਂ ਸਾਰਾ ਕੁਝ ਕਰ ਲਿਆ ਏ, ਹੁਣ ਇੱਕ ਰਾਤ ਦੀ ਗੱਲ, ਕਿਹੜੀ ਗੱਲ, ਆਪਾਂ ਘਰੇ ਚੱਲਦੇ ਆ। ਉਹ ਕਹਿੰਦਾ ਨਹੀਂ, ਅੱਜ ਆਪਾਂ ਕੁੜਮਾ ਤੇ ਚੱਲਦੇ ਆ। ਇਹ ਗਏ ਉੱਥੇ, ਤੇ ਜਦੋਂ ਉਹਨਾਂ ਨੂੰ ਜਾ ਕੇ ਰਾਤ ਨੂੰ 11 ਵਜੇ ਦਰਵਾਜ਼ਾ ਖਲਾਇਆ, ਉਹ ਖੋਲ੍ਹਿਆ ਦਰਵਾਜ਼ਾ, ਤੇ ਮੇਰੇ ਸਹੁਰੇ ਵੀ ਸਹਿੰਦੇ ਆ ਘਰੋਂ, ਜ਼ਮੀਨ ਵਾਲੇ ਆ, ਜ਼ਮੀਨ ਭਾਂਡੇ ਵਾਲੇ ਆ। ਤੇ ਉਹਨਾਂ ਦਰਵਾਜ਼ਾ ਖਲਾਇਆ, ਤੇ ਉਹਨਾਂ ਨੂੰ ਦੱਸਿਆ, ਇਹਨਾਂ ਤੇ ਬੜੇ ਚਾਅ ਨਾਲ ਦੱਸਿਆ ਵੀ ਤੁਹਾਡੇ ਜਵਾਈ ਜਿਹੜੇ ਆ ਨਾ, ਉਹਨਾਂ ਦੀ ਜ਼ਮਾਨਤ ਹੋ ਗਈ ਆ, ਤੇ ਸਵੇਰੇ ਲੈ ਆਵਾਂਗੇ। ਉਹਨਾਂ ਅੱਗੋਂ ਹੱਥ ਜੋੜ ਕੇ ਕਹਿੰਦੇ ਜੀ ਤੁਸੀਂ ਇੱਥੋਂ ਚੱਲ ਜਾਓ ਤੁਸੀਂ। ਕਹਿੰਦੇ ਵੀ ਤੁਹਾਡੇ ਜਵਾਈ ਰਿਹਾ, ਕਹਿੰਦੇ ਰਿਹਾ ਹੋ ਗਏ, ਭਾਵੇਂ ਫੜੇ ਗਏ, ਸਾਨੂੰ ਕੋਈ ਮਤਲਬ ਨਹੀਂ। ਵੀ ਤੁਹਾਡੀਆਂ ਕੁੜੀਆਂ, ਕਹਿੰਦੇ ਜੀ ਕੁੜੀਆਂ ਜਿੱਦਣ ਉਹ ਪੁਲਿਸ ਨੇ ਚੁੱਕ ਲਏ ਸੀ, ਅਸੀਂ ਤਾਂ ਉਦੋਂ ਹੀ ਕੁੜੀਆਂ ਮਰ ਗਈਆਂ ਸਮਝ ਲਈਆਂ, ਸਾਡਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ। ਕੁੜੀਆਂ ਵੀ ਮਰ ਗਈਆਂ ਸਾਡੇ ਵਾਸਤੇ, ਜਵਾਈ ਵੀ ਮਰ ਗਏ, ਸਾਡੇ ਪਿੰਡੋਂ ਚੱਲ ਜਾਓ, ਸਾਡੀ ਕੋਈ ਰਿਸ਼ਤੇਦਾਰੀ ਨਹੀਂ। ਉਸ ਟਾਈਮ ਉਹ ਜੱਟ ਦੇ ਪੁੱਤ ਨੇ ਫਿਰ ਕਹਿਣ ਲੱਗਾ ਵੀ ਮਹਿੰਦਰ ਸਿੰਘ ਤੂੰ ਦਿਲ ਹੌਲਾ ਨਾ ਕਰ, ਇਹ ਸਮਾਂ ਜਦੋਂ ਪੈਂਦਾ ਨਾ, ਉਦੋਂ ਮਰਦੀ ਕੋਈ ਨਿੱਤਰਦਾ ਹੁੰਦਾ ਹੈ, ਸਭ ਸਾਥ ਛੱਡ ਦਿੰਦੇ ਹੁੰਦੇ ਆ। ਉਹ ਫਿਰ ਘਰੇ ਲੈ ਗਿਆ। ਤੇ ਜਦੋਂ ਸਾਨੂੰ ਸਵੇਰੇ ਕਢਾ ਕੇ ਲਿਆਏ, ਤੇ ਉਹਨੇ ਬਾਹ ਫੜ ਕੇ ਦੋਵਾਂ ਭਰਾਵਾਂ ਦੀ ਉਹਦੇ ਅੱਗੇ ਕਰਤੇ, ਕਹਿੰਦਾ ਲੈ ਮਹਿੰਦਰ ਸਿੰਘ, ਮੈਂ ਆਪਣਾ ਬਚਨ ਪਾਲਤਾ। ਤੇ ਮੁੜ ਕੇ ਮੇਰਾ ਡੈਡੀ ਰੋ ਪਿਆ, ਤੇ ਕਹਿੰਦਾ ਵੀ ਸੋਚਾ ਹਾਂ ਤੇਰੇ ਪੈਸੇ ਮੈਂ ਦਵਾਂਗਾ, ਭਾਵੇਂ ਅਗਲੇ ਜਨਮ 'ਚ ਦਵਾਂ। ਤੇ ਮੈਨੂੰ ਉਦੋਂ ਪਤਾ ਲੱਗਾ ਵੀ, ਮੈਂ ਕਿਹਾ ਕਿੰਨੇ ਪੈਸੇ? ਕਹਿੰਦਾ ਪੁੱਤ ਤੇਰੇ ਚਾਚੇ ਨੇ 10 ਲੱਖ ਰੁਪਈਆ ਖਰਚਤਾ। ਹਾਂਜੀ। ਤੇ ਮੇਰਾ ਵੀ ਮਨ ਹੌਕਾ ਜਿਹਾ ਲੈ ਗਿਆ ਵੀ 10 ਲੱਖ, ਤੇ ਜ਼ਮੀਨ ਵੇਚ ਉਹਨਾਂ ਦਿਨਾਂ 'ਚ। ਹਾਂ ਵੀ ਜ਼ਮੀਨ ਭਾਂਡਾ ਵੇਚ ਗਿਆ ਸਾਰਾ, ਤੇ 10 ਲੱਖ ਕਿੱਥੋਂ ਦੇਵਾਂਗੇ? ਮੈਨੂੰ ਜੱਫੀ 'ਚ ਲੈ ਕੇ ਕਹਿੰਦਾ ਪੁੱਤਰਾ ਮੇਰਾ ਇਹ ਪਾਗੀ ਆ, ਅਸੀਂ ਰੰਗਰੂਟ ਇਕੱਠੇ ਭਰਤੀ ਹੋਏ ਸਾਂ, ਤੇ ਮੈਂ ਕਹਿੰਦਾ ਆਪਦਾ ਬਚਨ ਪਾਲਿਆ, ਯਾਰੀ ਪਾਲੀ ਆ, ਤੇ ਤੂੰ ਪੁੱਤਰ ਮੇਰੇ ਪੈਸੇ ਦੀ ਚਿੰਤਾ ਨਾ ਕਰਿਓ, ਦਿੱਤੇ ਜਾਣਗੇ ਦੇ ਦਿਓ, ਨਹੀਂ ਦਿੱਤੇ ਜਾਣਗੇ ਤੇ ਕੋਈ ਗੱਲ ਨਹੀਂ, ਤੇ ਤੁਸੀਂ ਆਪਦਾ ਕਮਾਓ ਤੇ ਖਾਓ ਮੌਜਾਂ ਕਰੋ। ਚਲੋ ਜੀ, ਅਸੀਂ ਕੀ ਕੀਤਾ ਵੀ ਮੁੜ ਕੇ ਹੌਲੀ ਹੌਲੀ